ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 278 ਤੇ 12ਵੀਂ ਅਸ਼ਟਪਦੀ ਚੱਲ ਰਹੀ ਹੈ। 1 ਨੰਬਰ ਹੋ ਗਿਆ ਸੀ। 1 ਨੰਬਰ ਤੋਂ ਬਾਅਦ ਹੁਣ ਕਥਾ ਸ਼ੁਰੂ ਹੋਣੀ ਹੈ। ਪੰਚਮ ਪਾਤਸ਼ਾਹ ਕਹਿੰਦੇ, ਧਨਵੰਤਾ ਹੋਏ ਕਰ ਗਰਬਾਵੇ, ਤ੍ਰਿਣ ਸਮਾਨ ਕੁਛ ਸੰਗ ਨਾ ਜਾਵੇ। ਧਨਵੰਤਾ, ਵੰਤ ਮਾਲਕ ਨੂੰ ਕਹਿੰਦੇ ਨੂੰ। ਧਨਵੰਤਾ, ਧਨ ਦਾ ਮਾਲਕ ਭਾਵ ਧਨਵਾਨ। ਜੇ ਕੋਈ ਅਮੀਰ ਹੋ ਕੇ ਹੰਕਾਰ ਕਰੇ, ਗਰਬਾਵੇ ਹੰਕਾਰ ਕਰੇ, ਤ੍ਰਿਣ ਸਮਾਨ ਕੁਛ ਸੰਗ ਨਾ ਜਾਵੇ। ਪਰ ਉਹਨੂੰ ਵਿਚਾਰੇ ਇਹ ਨਹੀਂ ਪਤਾ ਵੀ ਤਿਨਕਾ ਮਾਤਰ ਵੀ ਤੇਰੇ ਨਾਲ ਨਹੀਂ ਜਾਣਾ, ਤੇ ਹੰਕਾਰ ਕਾਹਦਾ ਕਰਦਾ, ਇੱਥੇ ਹੀ ਰਹਿ ਜਾਣਾ। ਸੋ ਜਿਹੜੀਆਂ ਨਾਸ਼ਵਾਨ ਚੀਜ਼ਾਂ ਹਨ, ਉਹਨਾਂ ਨੂੰ ਬੇਲੋੜੀਆਂ ਇਕੱਠੀਆਂ ਕਰਨ ਦੀ ਹਦਾਇਤ ਨਹੀਂ ਹੈ। ਕਹਿੰਦੇ ਉਹ ਬੇਲੋੜੀਆਂ ਇਕੱਠੀਆਂ ਕਰਨ ਦੀ ਕੀ ਲੋੜ ਹੈ, ਨਾਲ ਤੋਂ ਨਾ ਜਾਣਾ ਕੋਈ ਨਹੀਂ ਹੈਗਾ। ਅਤੇ ਉਹਨਾਂ ਲਈ ਮਨੁੱਖ ਕਿੰਨੀ ਮਿਹਨਤ ਕਰਦਾ, ਕਿੰਨਾ ਉੱਦਮ ਕਰਦਾ, ਪਰਿਸ਼ਰਮ ਕਰਦਾ ਹੈ। ਫਿਰ ਹੰਕਾਰ ਕਰਦਾ ਮੇਰੇ ਕੋਲ ਬਹੁਤ ਧਨ ਹੈ। ਹੰਕਾਰ ਕਦੋਂ ਹੁੰਦਾ, ਜਦੋਂ ਆਪਣੇ ਤੋਂ ਨੀਵੇਂ ਵੱਲ ਵੇਖਦਾ ਹੈ। ਕਈਆਂ ਤੇ ਸ਼ੁਕਰਾਨਾ ਹੁੰਦਾ, ਸੱਚੇ ਪਾਤਸ਼ਾਹ ਤੇਰੀ ਕਿਰਪਾ ਦੇਖ, ਤੂੰ ਮੈਨੂੰ ਕਰੋੜਾਂ ਲੋਕਾਂ ਤੋਂ ਵਧੀਆ ਬਣਾਇਆ ਹੈ। ਕਈਆਂ ਨਾਲ ਹੰਕਾਰ ਹੁੰਦਾ, ਮੈਂ ਕਰੋੜਾਂ ਲੋਕਾਂ ਤੋਂ ਵਧੀਆ ਹਾਂ। ਇੱਕ ਇਹ ਹੈ, ਮੈਂ ਕਰੋੜਾਂ ਲੋਕਾਂ ਤੋਂ ਵਧੀਆ ਹਾਂ। ਇਹ ਹੰਕਾਰ ਦੀ ਭਾਵਨਾ ਹੈ। ਹੇ ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ ਹੈ, ਤੂੰ ਮੈਨੂੰ ਕਰੋੜਾਂ ਲੋਕਾਂ ਤੋਂ ਵਧੀਆ ਬਣਾਇਆ ਹੈ। ਇਹ ਸ਼ੁਕਰਾਨਾ ਹੈ। ਸੋ ਜੇ ਕੋਲ ਧਨ ਹੈ ਤੇ ਹੰਕਾਰ ਨਹੀਂ ਕਰੀਦਾ, ਸੋ ਪਰਮਾਤਮਾ ਦਾ ਸ਼ੁਕਰਾਨਾ ਕਰੀਦਾ। ਸੱਚੇ ਪਾਤਸ਼ਾਹ ਉਹ ਵੀ ਲੋਕ ਨੇ ਜਿਨ੍ਹਾਂ ਨੂੰ 2 ਟਾਈਮ ਨੂੰ ਖਾਣ ਦੀ ਰੋਟੀ ਨਹੀਂ ਮਿਲਦੀ, ਤੂੰ ਮੈਨੂੰ ਕਰੋੜਾਂ ਪਤੀ ਬਣਾਇਆ, ਤੇਰਾ ਬਹੁਤ ਬਹੁਤ ਧੰਨਵਾਦ ਹੈ। ਫਿਰ ਗੁਰਬਾਣੀ ਕਹਿੰਦੇ ਉਸ ਤੇ ਚੌਗੁਣ ਕਰੈ ਨਿਹਾਲ। ਸੋ ਜੇ ਸਾਡੇ 'ਚ ਕੋਈ ਅਮੀਰ ਹੈ, ਇਹ ਤਾਂ ਦਾਤੇ ਦੀ ਦਾਤ ਹੈ, ਉਹਦੀ ਕਿਰਪਾ ਹੈ। ਉਹ ਪਤਾ ਨਹੀਂ ਕਿਸ 'ਤੇ ਕਿਰਪਾ ਕਰਕੇ ਉਹਨੂੰ ਅਮੀਰ ਕਰ ਸਕਦਾ, ਕਿਸੇ ਵੇਲੇ ਵੀ ਕਰ ਸਕਦਾ, ਕੋਈ ਵੀ ਸਾਧਨ ਢੰਗ ਤਰੀਕਾ ਵਰਤਾ ਸਕਦਾ। ਇਸ ਲਈ ਉਹਦੀ ਕਿਰਪਾ ਸਮਝਣੀ ਚਾਹੀਦੀ ਹੈ। ਸੋ ਜਿਹੜਾ ਅਮੀਰ ਹੋ ਕੇ ਹੰਕਾਰ ਕਰਦਾ ਹੈ, ਇੱਕ ਤਿਣ ਮਾਤਰ ਵੀ, ਤਿਣਕੇ ਨੂੰ ਕਹਿੰਦੇ, ਤਿਣਕੇ ਦੇ ਬਰਾਬਰ ਵੀ ਉਹਦੇ ਨਾਲ ਕੁਝ ਨਹੀਂ ਜਾਣਾ। ਬਹੁ ਲਸ਼ਕਰ ਮਾਨੁਖ ਉੱਪਰ ਕਰੇ ਆਸ। ਕਈਆਂ ਕੋਲ ਬੜੀ ਫੌਜ ਹੁੰਦੀ, ਲਸ਼ਕਰ ਫੌਜ ਨੂੰ ਕਹਿੰਦੇ। ਕਈਆਂ ਦੇ ਬੜੇ ਮਨੁੱਖ ਸਾਥੀ ਹੁੰਦੇ ਨੇ। ਮਨੁੱਖ ਇਹਨਾਂ 'ਤੇ ਆਸ ਲਾਈ ਬੈਠਾ ਹੈ ਕਿ ਔਖੇ ਵੇਲੇ ਇਹ ਮੇਰੀ ਸਹਾਇਤਾ ਕਰਨਗੇ। ਕਿੰਨੀਆਂ ਕਿੰਨੀਆਂ ਫੌਜਾਂ ਵਾਲੇ ਹਾਰ ਜਾਂਦੇ ਨੇ। ਕੈਰਵਾਂ ਕੋਲੇ ਧਾਰਮਿਕ ਪੁਸਤਕਾਂ ਲਿਖਿਆ ਹੈ, 48 ਮੀਲਾਂ ਦੇ ਵਿੱਚ ਉਹਨਾਂ ਦੀ ਫੌਜ ਖੜੀ ਸੀ। ਇੰਨੀ ਫੌਜ ਸੀ ਕੈਰਵਾਂ ਕੋਲ। ਪਾਂਡਵਾਂ ਕੋਲ ਤਾਂ ਰਾਜ ਵੀ ਕੋਈ ਨਹੀਂ ਹੈਗਾ। ਉਹ ਥੋੜ੍ਹਿਆਂ ਜਿਹੇ ਨਹੀਂ, ਐਡੀ ਵੱਡੀ ਫੌਜ ਨੂੰ ਹਰਾਤਾ। ਸੋ ਇਸ ਲਈ ਕਈ ਵਾਰੀ ਮਨੁੱਖਾਂ 'ਤੇ, ਬਹੁਤ ਸਾਰੀ ਫੌਜਾਂ 'ਤੇ ਮਨੁੱਖ ਆਸ ਲਾਈ ਬੈਠਾ ਹੁੰਦਾ ਹੈ। ਪਲ ਭੀਤਰ ਤਾਕਾ ਹੋਏ ਵਿਨਾਸ਼, ਪਰ ਉਹਨੂੰ ਪਤਾ ਨਹੀਂ ਕਿ 1 ਸੈਕਿੰਡ ਦੇ ਵਿੱਚ ਹੀ ਇਹ ਸਭ ਕੁਝ ਨਾਸ਼ ਹੋ ਜਾਣਾ ਹੈ। ਕਈ ਵਾਰੀ ਜਿਸ 'ਤੇ ਅਸੀਂ ਆਸ ਲਾਏ ਬੈਠੇ ਹਾਂ, ਉਹ ਸਾਡੇ ਤੋਂ ਪਹਿਲਾਂ ਉਹਦੀ ਡੈਥ ਹੋ ਸਕਦੀ ਹੈ। ਹੋ ਸਕਦੀ। ਜਿਵੇਂ 100% ਲੋਕ ਆਪਣੇ ਬੱਚਿਆਂ 'ਤੇ ਆਸ ਲਾਈ ਬੈਠੇ ਨੇ ਕਿ ਬੁਢਾਪੇ 'ਚ ਇਹ ਸਾਨੂੰ ਪਾਲਣਗੇ। ਜੇ ਉਹਨਾਂ ਦੀ ਬੁਢਾਪਾ ਆਉਣ ਤੋਂ ਪਹਿਲਾਂ ਹੀ ਡੈਥ ਹੋ ਜਾਏ, ਫਿਰ ਕਿੰਨੀ ਭਾਰੀ ਨਿਰਾਸ਼ਾ ਹੁੰਦੀ ਹੈ, ਕਿਉਂਕਿ ਜਿਸ 'ਤੇ ਆਸ ਲਾਈ ਸੀ ਉਹੀ ਨਹੀਂ ਰਿਹਾ।
ਇਸ ਲਈ ਧਰਮ ਕਹਿੰਦਾ ਤੁਸੀਂ ਮਨੁੱਖਾਂ 'ਤੇ ਆਸ ਨਾ ਰੱਖੋ। ਜਿਸ ਨੇ ਤੁਹਾਨੂੰ ਪੈਦਾ ਕੀਤਾ ਹੈ ਉਹਦਾ ਕੰਮ ਹੈ ਤੁਹਾਨੂੰ ਪਾਲਣਾ ਪੋਸ਼ਣਾ। ਤੁਹਾਨੂੰ ਮਾਂ ਬਾਪ ਨੇ ਪੈਦਾ ਨਹੀਂ ਕੀਤਾ, ਪਰਮਾਤਮਾ ਨੇ ਕੀਤਾ ਹੈ। ਮਾਂ ਬਾਪ ਤੇ ਇੱਕ ਸਾਧਨ ਹੋ ਗਏ ਸਨ। ਅਸੀਂ ਉਹਨਾਂ ਨੂੰ ਸਭ ਕੁਝ ਸਮਝ ਕੇ ਰੱਬ ਨੂੰ ਭੁਲਾ ਭੁਲੂ ਦਿੱਤਾ ਹੈ। ਉਸ 'ਤੇ ਆਸ ਰੱਖਣੀ ਕਿ ਅਸੀਂ ਆਪਣੀ ਮਰਜ਼ੀ ਨਾਲ ਸੰਸਾਰ 'ਚ ਨਹੀਂ ਆਏ, ਅਸੀਂ ਆਪਣੀ ਮਰਜ਼ੀ ਨਾਲ ਮਨੁੱਖ ਨਹੀਂ ਬਣੇ। ਪਰਮਾਤਮਾ ਨੇ ਸਾਨੂੰ ਇਸ ਸੰਸਾਰ 'ਤੇ ਭੇਜਿਆ, ਪਰਮਾਤਮਾ ਨੇ ਸਾਨੂੰ ਮਨੁੱਖ ਬਣਾ ਕੇ ਭੇਜਿਆ ਹੈ। ਉਹਨੇ ਸਾਨੂੰ ਆਪਣੇ ਬੱਚੇ ਬਣਾ ਕੇ ਸੰਸਾਰ 'ਤੇ ਭੇਜਿਆ ਹੈ। ਉਸ 'ਤੇ ਆਸ ਰੱਖਣੀ ਹੈ। ਹਾਂ, ਉਹ ਕਿਸੇ ਰਾਹੀਂ ਵੀ ਤੁਹਾਡੀ ਮਦਦ ਕਰਵਾ ਸਕਦਾ ਹੈ। ਮਦਦ ਤਾਂ ਮਨੁੱਖ ਦੀ ਮਨੁੱਖ ਨੇ ਹੀ ਕਰਨੀ ਹੁੰਦੀ ਹੈ। ਰੱਬ ਨੇ ਨਹੀਂ ਸਿੱਧਾ ਕੋਈ ਆ ਜਾਣਾ ਹੁੰਦਾ, ਉਹ ਤਾਂ ਸਾਧਨ ਵਰਤਦਾ ਹੈ। ਉਹਨੇ ਤੁਹਾਨੂੰ ਅਮੀਰ ਕਰਨਾ, ਉਹਨੇ ਇੱਕ ਸਾਧਨ ਵਰਤਾਣਾ ਹੈ। ਕਿਸੇ ਰਾਹੀਂ ਵੀ ਉਹ ਤੁਹਾਨੂੰ ਅਮੀਰ ਕਰ ਸਕਦਾ ਹੈ। ਉਹ ਗਰੀਬ ਕਰਨਾ ਚਾਹੁੰਦਾ ਹੈ ਤਾਂ ਵੀ ਕੋਈ ਢੰਗ ਤਰੀਕਾ ਵਰਤਾਏਗਾ। ਸੁਖੀ ਦੁਖੀ ਸਭ ਉਹਦੇ ਵੱਸ 'ਚ ਹੁੰਦਾ ਹੈ। ਇਸ ਲਈ ਉਸ 'ਤੇ ਆਸ ਰੱਖੀ ਦੀ ਹੁੰਦੀ ਹੈ। ਉਹਦਾ ਨਾਮ ਜਪੀ ਜਾਈਦਾ ਹੁੰਦਾ ਹੈ। ਗੁਰੂਆਂ ਨੇ ਭਗਤਾਂ ਨੇ ਮਨੁੱਖਾਂ 'ਤੇ ਆਸ ਨਹੀਂ ਸੀ ਰੱਖੀ। ਜਦ ਸੁਲੇਖ ਖਾਨ ਬੰਦੇ ਲੈ ਕੇ ਪੰਚਮ ਪਾਤਸ਼ਾਹ ਨਾਲ ਲੜਨ ਆ ਰਿਹਾ ਹੈ, ਸਿੱਖ ਇਕੱਠੇ ਹੋ ਗਏ। ਪਤਾ ਲੱਗਿਆ ਵੀ ਸੁਲੇਖ ਖਾਨ ਗੁਰੂ ਮਹਾਰਾਜ ਨੂੰ ਮਾਰਨ ਆ ਰਿਹਾ ਹੈ, ਪ੍ਰਿਥੀ ਚੰਦ ਨੂੰ ਗੁਰਗੱਦੀ ਦੇਣ ਆ ਰਿਹਾ ਹੈ। ਕੁਝ ਸਿੱਖ ਕਹਿੰਦੇ ਜੀ ਇਸ ਤਰ੍ਹਾਂ ਕਰੋ ਬਈ 2 ਬੰਦੇ ਅੱਗੇ ਭੇਜ ਦਿਓ ਕਿ ਭਾਈ ਅਸੀਂ ਸਾਡਾ ਤੇਰੇ ਨਾਲ ਕੀ ਲੈਣ ਦੇਣਾ ਹੈ, ਅਸੀਂ ਤੇਰਾ ਕੀ ਵਿਗਾੜਿਆ ਹੈ ਵੀ ਤੂੰ ਕਿਉਂ ਸਾਡੇ ਨਾਲ ਲੜਾਈ ਕਰਨਾ ਚਾਹੁੰਦਾ। ਗੁਰੂ ਮਹਾਰਾਜ ਕਹੇ ਨਹੀਂ। ਕਹਿ ਜੀ ਫਿਰ ਕੋਈ ਚਿੱਠੀ ਪਾ ਦਿਓ। ਗੁਰੂ ਮਹਾਰਾਜ ਕਹੇ ਨਹੀਂ। ਕਹਿੰਦੇ ਅਸੀਂ ਪਰਮਾਤਮਾ ਦੇ ਆਸਰੇ 'ਤੇ ਹਾਂ। ਪਰਮਾਤਮਾ ਜਾਣੇ, ਉਹਦਾ ਕੰਮ ਜਾਣੇ। ਜਦੋਂ ਪਰਮਾਤਮਾ 'ਤੇ ਆਸਰੇ 'ਤੇ ਆ ਗਏ ਨਾ ਸੱਚੇ ਦਿਲੋਂ, ਪਰਮਾਤਮਾ ਨੇ ਫਿਰ ਭਾਣਾ ਵਰਤਾਤਾ। ਸੁਲੇਖ ਖਾਨ ਪ੍ਰਿਥੀ ਚੰਦ ਦੇ ਘਰ ਗਿਆ ਹੈ। ਪ੍ਰਿਥੀ ਚੰਦ ਨੇ ਬੜਾ ਆਦਰ ਮਾਣ ਕੀਤਾ ਹੈ। ਪ੍ਰਿਥੀ ਚੰਦ ਨੇ ਆਵੇ ਪਾਏ ਹੋਏ ਸਨ ਭਾਂਡੇ ਪਕਾਉਣ ਲਈ, ਇੱਟਾਂ ਪਕਾਉਣ ਲਈ। ਉਹ ਸੁਲੇਖ ਖਾਨ ਨੂੰ ਕਹਿੰਦਾ ਆਓ ਮੈਂ ਤੁਹਾਨੂੰ ਆਪਣੇ ਆਵੇ, ਜਿਹਨੂੰ ਅੱਜ ਕੱਲ੍ਹ ਪੱਠੇ ਕਹਿੰਦੇ ਨੇ, ਵਿਖਾਵਾਂ। ਆਵੇ ਅੱਗ ਜਲ ਰਹੀ ਸੀ। ਜਦੋਂ ਘੋੜੇ 'ਤੇ ਚੜ੍ਹਿਆ ਸੁਲੇਖ ਖਾਨ ਨੇ, ਜਦੋਂ ਨੇੜੇ ਗਿਆ ਘੋੜਾ ਕਿਸੇ ਕਾਰਨ ਤਿਰਮਕ ਕੇ ਆਵੇ ਦੇ ਵਿੱਚ ਡਿੱਗ ਪਿਆ। ਘੋੜਾ ਵੀ ਸੜ ਗਿਆ ਅਤੇ ਸੁਲੇਖ ਖਾਨ ਵੀ ਅੱਗ ਵਿੱਚ ਸੜ ਗਿਆ ਹੈ। ਪਰਮਾਤਮਾ ਨੇ ਆਪੇ ਰੱਖਿਆ ਕੀਤੀ। ਸੋ ਇਸ ਲਈ ਪਰਮਾਤਮਾ ਦੀ ਫਿਰ ਜ਼ਿੰਮੇਵਾਰੀ ਹੋ ਜਾਂਦੀ ਹੈ ਜਦੋਂ ਅਸੀਂ ਪਰਮਾਤਮਾ ਦੇ ਨਿਰਭਰ ਹੋ ਜਾਂਦੇ ਹਾਂ। ਇਸ ਲਈ ਜਿੰਨਾ ਵੀ ਸਮਾਂ ਮਿਲੇ ਉਹਦੀ ਭਜਨ ਬੰਦਗੀ ਕਰਦੇ ਰਹੀਦਾ ਹੁੰਦਾ ਹੈ। ਉਹ ਬੜਾ ਕੁਛ ਕਰ ਸਕਦਾ ਹੁੰਦਾ ਹੈ। ਕਈ ਗੱਲਾਂ ਦਾ ਸਾਨੂੰ ਚੇਤਾ ਵੀ ਨਹੀਂ ਹੁੰਦਾ ਵੀ ਇਹ ਵੀ ਹੋ ਜਾਊਗਾ, ਪਰਮਾਤਮਾ ਵੀ ਕਰ ਦਿੰਦਾ ਹੈ। ਬੰਦਾ ਹੈਰਾਨ ਰਹਿ ਜਾਂਦਾ ਵੀ ਕਮਾਲ ਹੈ, ਮੈਂ ਤਾਂ ਸੋਚਿਆ ਵੀ ਨਹੀਂ ਸੀ ਕਦੇ ਵੀ ਮੇਰੇ ਕੋਲ ਆਹ ਕੁਛ ਵੀ ਹੋਵੇਗਾ। ਪਰਮਾਤਮਾ ਕੁਛ ਵੀ ਕਰ ਦਿੰਦਾ ਹੈ। ਉਹਦਾ ਨਾਮ ਜਪੀ ਜਾਈਦਾ ਹੁੰਦਾ ਹੈ, ਉਹਦਾ ਸ਼ੁਕਰਾਨਾ ਕਰੀਦਾ। ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ, ਹੰਕਾਰ ਨਹੀਂ ਕਰਨਾ। ਸਭ ਤੇ ਆਪ ਜਾਣੇ ਬਲਵੰਤ। ਬਲਵੰਤ ਹੁੰਦਾ ਬਲਵਾਨ, ਜਿਹੜਾ ਸਮਝਦਾ ਮੈਂ ਸਭ ਤੋਂ ਵੱਧ ਤਾਕਤਵਰ ਹਾਂ। ਖਿਨ ਮੈਂ ਹੋਏ ਜਾਏ ਪਸਮੰਤ। ਭਸਮ ਸੁਆਹ ਨੂੰ ਕਹਿੰਦੇ ਨੇ। ਉਹ 1 ਸੈਕਿੰਡ ਵਿੱਚ ਸੜ ਕੇ ਸੁਆਹ ਹੋ ਜਾਂਦਾ। ਦੱਸ ਵੀ ਹੁਣ ਤੇਰੇ ਕਿੱਥੇ ਬਲਵਾਨਪੁਣਾ ਗਿਆ। ਕਿਸੇ ਨਾ ਵਧੇ ਆਪ ਅਹੰਕਾਰੀ। ਕਈ ਇੰਨੇ ਹੰਕਾਰੀ ਨੇ ਕਿਸੇ ਨੂੰ ਕੁਝ ਸਮਝਦੇ ਨਹੀਂ। ਵਧਾ ਉਹਦਾ ਸਮਝਦੇ ਕਿ ਕੋਈ ਸਮਝਦੇ ਨਹੀਂ। ਲੋਕ ਨੂੰ ਕੀੜੇ ਮਕੌੜੇ ਦਿਸਦੇ ਨੇ, ਇੰਨਾ ਹੰਕਾਰ ਹੁੰਦਾ ਹੈ। ਧਰਮ ਰਾਏ ਤਿਸ ਕਰੇ ਖੁਆਰੀ। ਇਹੋ ਜਿਹੇ ਬੰਦੇ ਦਾ ਫਿਰ ਜੇ ਧਰਮ ਰਾਜ ਨਾ ਵਾਹ ਪੈਂਦਾ ਫਿਰ ਉਹਨੂੰ ਖੁਆਰ ਕਰਦਾ ਹੈ। ਕਿਉਂਕਿ ਪਰਮਾਤਮਾ ਨੂੰ ਹੰਕਾਰ ਅੱਛਾ ਹੀ ਨਹੀਂ ਲੱਗਦਾ। ਹੁਣ ਸਵਾਲ ਨੂੰ ਕਿਉਂ ਨਹੀਂ ਲੱਗਦਾ?
ਉਹ ਕਹਿੰਦਾ ਕਮਲਿਆ, ਜਿਸ ਚੀਜ਼ 'ਤੇ ਤੂੰ ਹੰਕਾਰ ਕਰ ਰਿਹਾ ਇਹ ਤੇ ਮੈਂ ਤੈਨੂੰ ਦਿੱਤੀ ਹੈ, ਇਹ ਤੇ ਮੈਂ ਦਿੱਤੀ ਤੈਨੂੰ। ਜਦੋਂ ਮੇਰੀ ਮਰਜ਼ੀ ਮੈਂ ਵਾਪਸ ਲੈ ਲਾਂ, ਫਿਰ ਕੀ ਕਰੇਗਾ? ਫਿਰ ਕਰੇਗਾ। ਇਸ ਲਈ ਤਾਂ ਫਿਰ ਪਰਮਾਤਮਾ ਨੂੰ ਹੰਕਾਰ ਨਹੀਂ ਚੰਗਾ ਲੱਗਦਾ। ਉਹ ਕਹਿੰਦੇ ਬੰਦਾ ਅਗਿਆਨੀ ਹੈ, ਇਹ ਸਮਝਦਾ ਜੋ ਕੁਛ ਮੇਰੇ ਕੋਲ ਹੈ ਮੇਰੇ ਯਤਨਾਂ ਕਾਰਨ ਹੈ। ਭਗਵਾਨ ਕਹਿੰਦਾ ਨਹੀਂ, ਜੋ ਕੁਛ ਤੇਰੇ ਕੋਲ ਹੈ ਇਹ ਤੇ ਮੇਰਾ ਦਿੱਤਾ ਹੋਇਆ ਹੈ। ਸਾਨੂੰ ਨਾ ਗਿਆਨ ਹੋਣ ਕਾਰਨ ਅਤੇ ਗੁਰੂ ਦੀ ਗੱਲ 'ਤੇ ਵਿਸ਼ਵਾਸ ਨਾ ਹੋਣ ਕਾਰਨ ਅਸੀਂ ਵਾਰੀ ਵਾਰੀ ਹੰਕਾਰੀ ਗੱਲਾਂ ਕਰਦੇ ਰਹਿੰਦੇ ਹਾਂ। ਕਈ ਵਾਰੀ ਗਿਆਨ ਹੋ ਜਾਂਦਾ, ਵਿਸ਼ਵਾਸ ਨਹੀਂ ਹੁੰਦਾ। ਕਈ ਵਾਰੀ ਗਿਆਨ ਹੋ ਜਾਂਦਾ ਹੈ, ਪਰ ਜੋ ਗਿਆਨ ਉਸ 'ਤੇ ਵਿਸ਼ਵਾਸ ਨਹੀਂ ਆਪਣੇ ਆਪ ਨੂੰ ਹੁੰਦਾ, ਉਹ ਫਿਰ ਕਿਉਂਕਿ ਆਦਤ ਪੈ ਗਈ ਹੰਕਾਰ ਕਰਨ ਦੀ, ਸਹਿ ਸੁਭਾਈ ਉਹ ਹੰਕਾਰ ਦੀਆਂ ਗੱਲਾਂ ਕਰਨ ਲੱਗ ਜਾਂਦਾ ਹੈ। ਜਦੋਂ ਕਿਤੇ ਉਹਨੂੰ ਯਾਦ ਆਉਂਦਾ ਵੀ ਉਹ ਜਿਸ ਗੱਲ 'ਤੇ ਮੈਂ ਹੰਕਾਰ ਤਾਂ ਦੱਤ ਦਿੱਤਾ ਹੋਇਆ, ਫਿਰ ਥੋੜ੍ਹਾ ਠੀਕ ਹੋ ਜਾਂਦਾ, ਨਹੀਂ ਤਾਂ ਉਹਨੇ ਗੱਲਾਂ ਭੁੱਲ ਭੁਲਾ ਜਾਂਦੀਆਂ। ਉਹ ਸਮਝਦੇ ਮੈਂ ਦਿਨ ਰਾਤ ਲੱਗਾ ਰਿਹਾ ਹਾਂ। ਜੇ ਦਿਨ ਰਾਤ ਲੱਗਾ ਰਿਹਾ ਨਾ, ਦਿਨ ਰਾਤ ਲਾਇਆ ਵੀ ਉਸ ਨੇ। ਕਈ ਵਾਰ ਬੱਚਾ ਵੀ ਹੰਕਾਰ ਕਰ ਸਕਦਾ, ਮੈਂ ਦਿਨ ਰਾਤ ਪੜ੍ਹਦਾ ਰਿਹਾ ਤਾਂ ਮੈਂ ਕਲਾਸ 'ਚ ਫਸਟ ਆਇਆ। ਇਹ ਦਿਨ ਰਾਤ ਪੜ੍ਹਨ ਦਾ ਗੁਣ ਪਰਮਾਤਮਾ ਨੇ ਦਿੱਤਾ ਹੈ। ਉਹਨੇ ਗੁਣ ਦਿੱਤਾ ਤਾਂ ਤੂੰ ਦਿਨ ਰਾਤ ਪੜ੍ਹਿਆ। ਜਿਵੇਂ ਇੱਕ ਲੜਕੀ ਮੇਰੇ ਕੋਲ ਆ ਗਈ, 3-4 ਸਾਲਾਂ ਦੀ ਗੱਲ ਹੋਣੀ, +2 ਦੇ ਪੇਪਰ ਦੇਣੇ ਸੀ। ਹੁਕਮਨਾਮਾ ਲਿਆ, ਮੈਂ ਗੁੱਡੀ ਤੇਰੇ ਨੇ ਰੀ ਪਿਰਾ ਜਾਣੀ। ਉਹਨੂੰ ਮੇਰੀ ਗੱਲ 'ਤੇ ਵਿਸ਼ਵਾਸ ਹੀ ਨਹੀਂ ਆਇਆ ਵੀ ਮੈਂ ਇੰਨੀ ਹੁਸ਼ਿਆਰ, ਮੇਰੀ ਰੀ ਪੀਰ ਕਿਵੇਂ ਆ ਸਕਦੀ ਹੈ। ਚਲ ਜੇ ਵਿਸ਼ਵਾਸ ਆ ਜਾਂਦਾ ਉਹਨੂੰ, ਫਿਰ ਉਹਨੂੰ ਪੁੱਛਣਾ ਸੀ ਬਾਬਾ ਜੀ ਕੋਈ ਪਾਠ ਦੇ ਦਿਓ ਵੀ ਜਿਸ ਕਾਰਨ ਮੇਰੀ ਰੀ ਪਿਰਨ ਉਹ ਕਾਰਨ ਟਲ ਜਾਵੇ। ਕਾਰਨ ਤੇ ਕੁਝ ਵੀ ਬਣ ਸਕਦਾ ਹੈਗਾ। ਉਹਨੇ ਸਮਝਿਆ ਵੀ ਮੈਂ ਹੁਸ਼ਿਆਰ ਹਾਂ, ਮੇਰੀ ਰੀ ਪੀਰ ਕਿਵੇਂ ਆ ਸਕਦੀ ਹੈ। ਉਹਦਾ ਇਕਨੋਮਿਕਸ ਦਾ ਪੇਪਰ ਸੀ। ਸਵੇਰੇ ਮੈਨੂੰ ਮਿਲ ਕੇ ਗਏ, 6 ਤੋਂ 7 ਮੈਂ ਕਲਾਸ ਲਾ ਕੇ ਹਟਿਆ, ਮੈਨੂੰ ਮਿਲ ਕੇ ਗਈ। ਘਰ ਜਾਂਦੀ ਹੋਈ ਆਪਣੇ ਹੀ ਮਾਪੜ ਤੋਂ ਡਿੱਗ ਪਈ ਸੜਕ 'ਤੇ, ਸਿਰ 'ਤੇ ਸੱਟ ਵੱਜੀ। ਕਿਸੇ ਨੇ ਦੇਖਿਆ ਤਾਂ ਫਲਾਣਿਆਂ ਦੀ ਕੁੜੀ ਹੈ। ਉਹਨਾਂ ਦੇ ਘਰ ਜਾ ਕੇ ਦੱਸਿਆ ਤੁਹਾਡੀ ਕੁੜੀ ਸੜਕ 'ਤੇ ਬੇਹੋਸ਼ ਪਈ ਹੈ। ਉਹ ਕਾਰ ਕੂਰ ਲੈ ਕੇ ਆਏ, ਲੱਦ ਕੇ ਹਸਪਤਾਲ ਲੈ ਗਏ। ਜਦੋਂ ਨੂੰ ਥੋੜ੍ਹੀ ਠੀਕ ਹੋਈ, ਉਹਨੇ 'ਚ ਨੂੰ ਪੇਪਰ ਲੰਘ ਗਏ, ਰੀ ਪੀਰ ਆ ਗਈ। ਕਾਰਨ ਕੋਈ ਵੀ ਹੋ ਸਕਦਾ। ਹੋ ਸਕਦਾ ਜੇ ਉਹ ਪਾਠ ਲੈ ਲੈਂਦੀ, ਉਹ ਪਰਮਾਤਮਾ ਕਾਰਨ ਟਾਲ ਦਿੰਦਾ। ਤਾਂ ਗੁਰੂ ਤਾਂ ਸਮਰੱਥ ਹੈ, ਕੁਛ ਵੀ ਕਰ ਸਕਦਾ। ਬਾਣੀ ਹੈ, ਗੁਰੂ ਹੈ, ਸਮਰੱਥ ਹੈ। ਪਰ ਕਿਉਂਕਿ ਐ ਹੋਣਾ ਸੀ, ਇਸ ਲਈ ਉਹਨੂੰ ਗੱਲ 'ਤੇ ਵਿਸ਼ਵਾਸ ਨਹੀਂ ਆਇਆ। ਸੋ ਦਾਤਾ ਕੁਛ ਵੀ ਕਰ ਸਕਦਾ ਹੁੰਦਾ ਹੈ। ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ। ਗੁਰੂ ਦੀ ਕਿਰਪਾ ਨਾਲ ਜਿਹਦਾ ਹੰਕਾਰ ਖਤਮ ਹੋ ਜਾਏ ਨਾ, ਸੋ ਜਨ ਨਾਨਕ ਦਰਗਾਹ ਪ੍ਰਵਾਨ। ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ। ਕਿਉਂਕਿ ਜਿੱਥੇ ਨਿਮਰਤਾ ਹੁੰਦੀ ਹੈ ਉੱਥੇ ਪਰਮਾਤਮਾ ਆਪ ਹੁੰਦਾ। ਹੰਕਾਰ ਅਤੇ ਨਾਮ ਦੋਨਾਂ ਦਾ ਵਿਰੋਧ ਹੈ। ਜਿੱਥੇ ਹੰਕਾਰ ਹੈ ਉੱਥੇ ਨਾਮ ਨਹੀਂ ਹੋ ਸਕਦਾ, ਜਿੱਥੇ ਨਾਮ ਹੈ ਉੱਥੇ ਹੰਕਾਰ ਨਹੀਂ ਹੋ ਸਕਦਾ। ਫਿਰ ਉਹ ਵਿਅਕਤੀ ਦਰਗਾਹ 'ਚ ਪ੍ਰਵਾਨ ਹੋ ਜਾਂਦਾ ਹੈ, ਕਿਉਂਕਿ ਉਹਨੇ ਆਪਣਾ ਹੰਕਾਰ ਛੱਡ ਦਿੱਤਾ ਹੈ ਅਤੇ ਜੋ ਕੁਛ ਵੀ ਉਸ ਦੇ ਕੋਲ ਹੈ, ਜੋ ਵੀ ਉਹਦੀ ਯੋਗਤਾ ਹੈ, ਉਹ ਸਮਝਦੇ ਦਾਤੇ ਦੀ ਕਿਰਪਾ ਹੈ। ਕੋਟ ਕਰਮ ਕਰੈ ਹੋਂ ਧਾਰੇ। ਹੋਂ ਹੰਕਾਰ ਨੂੰ ਕਹਿੰਦੇ। ਹਉਮੈ ਤੋਂ ਬਣਿਆ। ਕਰੋੜਾਂ ਧਾਰਮਿਕ ਕਰਮ ਕਰਦਾ ਪਰ ਹੰਕਾਰ ਕਰਦਾ। ਮੈਂ ਜੇ ਇੰਨੇ ਵਾਰੀ ਹਜ਼ੂਰ ਸਾਹਿਬ ਜਾਇਆ, ਮੈਂ ਜੇ ਇੰਨੇ ਵਾਰੀ ਪਟਨਾ ਸਾਹਿਬ ਜਾਇਆ, ਮੈਂ ਇੰਨੇ ਵਾਰੀ ਜਿਹੜਾ ਹੈ ਉਹ ਕਿਹੜੇ ਉੱਪਰ ਪਹਾੜਾਂ 'ਤੇ ਹੇਮਕੁੰਟ ਸਾਹਿਬ ਜਾ ਰਿਹਾ ਜੀ, ਮੈਂ ਇੰਨੇ ਵਾਰੀ ਤੀਰਥਾਂ ਦਾ ਇਸ਼ਨਾਨ ਕਰਾਂ ਜੀ। ਚੰਗਾ ਕੀਤਾ, ਪਰ ਉਸ ਚੰਗੇ ਦੇ ਵਿੱਚ ਹਉਮੈ ਹੈ,
ਉਹ ਗੁਰੂ ਨੂੰ ਚੰਗੀ ਲੱਗਦੀ। ਉਹ ਕਹਿੰਦੇ ਤਾਂ ਮੈਂ ਤੈਨੂੰ ਭੇਜਿਆ ਸੀ, ਤੇ ਮੈਂ ਤੈਨੂੰ ਭੇਜਿਆ ਸੀ ਬੀਜਾ, ਅਤੇ ਤੂੰ ਕਹਿੰਦਾ ਮੈਂ ਗਿਆ। ਆਹੀ ਗੱਲ ਇੰਨੀ ਕਿ ਸਮਝਣ ਦੀ ਲੋੜ ਹੈ। ਕਿਤੇ ਮਰਨ ਤੱਕ ਵੀ ਸਮਝ ਆ ਗਈ ਨਾ ਗੱਲ ਦੀ, ਹੋ ਸਕਦਾ ਸਾਡੀ ਗੱਲ ਬਣ ਜੇ ਅਖੀਰ ਤੱਕ। ਮਨੁੱਖ ਕਰੋੜਾਂ ਧਾਰਮਿਕ ਕਰਮ ਕਰਦਾ ਪਰ ਹੰਕਾਰ ਕਰਦਾ, ਹੁਣ ਧਾਰੇ ਹੰਕਾਰ ਕਰਦਾ। ਸ਼ਰਮ ਭਾਵੈ ਸਗਲੇ ਬਿਰਥਾਰੇ, ਇਹ ਕਰੋੜਾਂ ਕਰਮਾਂ ਲਈ ਬਹੁਤ ਮਿਹਨਤ ਕਰਦਾ। ਸ਼ਰਮ ਹਿੰਦੀ ਦਾ ਸ਼ਬਦ ਹੈ ਮਿਹਨਤ। ਗੁਰਬਾਣੀ ਦੇ ਵਿੱਚ ਜਦੋਂ ਇਹ ਸਪੈਲਿੰਗ ਆਉਣ ਨਾ, ਸੱਸੇ ਦੇ ਪੈ ਝਰਾਰਾ ਸ਼ਰਮ, ਉਹਦਾ ਅਰਥ ਹੈ ਵਿਅਰਥ ਮਿਹਨਤ। ਉਹਦਾ ਅਰਥ ਹੈ ਵਿਅਰਥ ਮਿਹਨਤ। ਜਿਹੜੀ ਪੂਰੀ ਮਿਹਨਤ ਹੈ ਉਹ ਸੱਸਾ ਰਾਰਾ ਮੰਮਾ ਜਾਂ ਮੰਮੀ ਨੂੰ ਔਂਕੜ ਪਾਇਆ ਗੁਰਬਾਣੀ ਜੀ। ਸੋ ਸ਼ਰਮ ਭਾਵੇਂ ਮਿਹਨਤ ਤੇ ਬੜੀ ਕਰਦਾ, ਸਗਲੇ ਬਿਰਥਾਰੇ, ਪਰ ਸਾਰੇ ਵਿਅਰਥ ਹੈ। ਐਸੇ ਕਿਉਂ? ਧਾਰਮਿਕ ਕਰਮ ਕੀਤੇ ਪਰ ਹੰਕਾਰ ਕਰ ਲਿਆ ਹੈ। ਅਨਕ ਤਪੱਸਿਆ ਕਰੇ ਅਹੰਕਾਰ, ਬੜੀ ਤਪੱਸਿਆ ਕਰਦਾ ਹੈ ਪਰ ਹੰਕਾਰ ਕਰਦਾ ਹੈ ਵੀ ਮੈਂ ਇੰਨੇ ਸਾਲ ਤਪੱਸਿਆ ਕੀਤੀ, ਹੰਕਾਰ ਕਰ ਦਿੰਦਾ। ਨਰਕ ਸੁਰਗ ਫਿਰ ਅਵਤਾਰ, ਅਵਤਾਰ ਦਾ ਜਨਮ ਲੈਣਾ, ਫਿਰ ਕਦੇ ਨਰਕਾਂ ਨੂੰ ਜਾਂਦਾ, ਕਦੇ ਸੁਰਗਾਂ ਨੂੰ ਜਾਂਦਾ, ਇਸ ਤਰ੍ਹਾਂ ਜੰਮਦਾ ਮਰਦਾ ਰਹਿੰਦਾ ਹੈ। ਅਨੇਕ ਯਤਨ ਕਰ ਆਤਮ ਨਹੀਂ ਦਰਵੈ, ਅਨੇਕਾਂ ਯਤਨ ਕਰਕੇ ਮਨੁੱਖ ਦਾ ਮਨ ਨਰਮ ਨਹੀਂ ਹੁੰਦਾ। ਦਰਵ ਹੈ ਉਹਦਾ ਨਰਮ ਹੋ ਜਾਣਾ। ਜਿਵੇਂ ਆਪਾਂ ਮਨ ਪਸੀਜ ਜਾਂਦਾ ਹੈ, ਕੋਈ ਸਾਡੇ ਸਾਹਮਣੇ ਰੋ ਰਿਹਾ ਹੈ, ਕੋਈ ਤਰਲੇ ਕੱਢ ਰਿਹਾ, ਬੰਦਾ ਦਇਆ ਦੇ ਘਰ 'ਚ ਆ ਜਾਂਦਾ ਹੈ। ਜੇ ਅਨੇਕਾਂ ਯਤਨ ਕਰਨ 'ਤੇ ਵੀ ਮਨ ਨਰਮ ਨਹੀਂ ਨਾ ਹੁੰਦਾ, ਕਠੋਰ ਹੀ ਰਹਿੰਦਾ ਹੈ, ਕਿਸੇ ਦੇ ਤਰਸਯੋਗ ਹਾਲਤ ਦੇ ਤਰਸ ਹੀ ਨਹੀਂ ਆਉਂਦਾ ਹੈਗਾ। ਹਰ ਦਰਗਾਹ ਕੋ ਕੈਸੇ ਗਵੇ, ਗਵੇ ਹੁੰਦਾ ਜਾਣਾ। ਉਹ ਪਰਮਾਤਮਾ ਦੀ ਦਰਗਾਹ ਦੱਸੋ ਕਿਵੇਂ ਜਾ ਸਕਦਾ ਹੈ? ਭਾਵ ਪਰਮਾਤਮਾ ਦੀ ਦਰਗਾਹ 'ਚ ਨਹੀਂ ਜਾ ਸਕਦਾ, ਕਿਉਂਕਿ ਕਠੋਰ ਚਿੱਤ ਹੈ। ਪਰਮਾਤਮਾ ਨੂੰ ਕਠੋਰ ਚਿੱਤ ਵਿਅਕਤੀ ਚੰਗਾ ਨਹੀਂ ਲੱਗਦਾ। ਉਹ ਕਹਿੰਦਾ ਸਾਰੇ ਜੀਵ ਮੈਂ ਪੈਦਾ ਕੀਤੇ ਨੇ, ਤੈਨੂੰ ਜੀਵਾਂ 'ਤੇ ਤਰਸ ਹੀ ਨਹੀਂ ਹੈਗਾ। ਆਪਸ ਕੋ ਜੋ ਭਲਾ ਕਹਾਵੇ, ਜਿਹੜਾ ਕਹਿੰਦਾ ਮੈਂ ਬੜਾ ਭਲਾ ਹਾਂ, ਵੀ ਮੈਂ ਬੜਾ ਭਲਾ ਹਾਂ, ਮੈਂ ਬੜੇ ਭਲੇ ਕਰਮ ਕਰਦਾ ਹਾਂ, ਤਿਸੈ ਭਲਾਈ ਨਿਕਟ ਨਾ ਆਵੇ, ਸਮਝੋ ਉਹ ਭਲਾ ਕਰ ਹੀ ਨਹੀਂ ਰਿਹਾ, ਭਲਾਈ ਤਾਂ ਉਹਦੇ ਨੇੜੇ ਨਹੀਂ ਹੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਰੇਨ ਚਰਨ ਧੂੜ ਨੂੰ ਕਹਿੰਦੇ ਨੇ, ਹਿੰਦੀ 'ਚ ਨੰਨੇ ਨੂੰ ਔਂਕੜ ਹੁੰਦਾ ਹੈ। ਗੁਰਬਾਣੀ 'ਚ ਰੇਨ ਜਿਹੜਾ ਹੈ ਇਸਤਰੀ ਲਿੰਗ ਹੋਣ ਕਰਕੇ ਨੰਨੇ ਨੂੰ ਔਂਕੜ ਹਟਾ ਦਿੱਤਾ ਗਿਆ ਹੈ। ਹਿੰਦੀ 'ਚ ਹੈ ਰੇਣੂ, ਹਿੰਦੀ ਦਾ ਸ਼ਬਦ ਹੈ ਰੇਣੂ, ਕਈ ਨਾਂ ਵੀ ਲਿਖਿਆ ਰੇਣੂ ਵਾਲਾ, ਰੇਣੂ। ਉਸ ਤੋਂ ਗੁਰਬਾਣੀ ਦੇ ਨਿਯਮ ਅਨੁਸਾਰ, ਕਿਉਂਕਿ ਰੇਣੂ ਜਿਹੜਾ ਹੈ ਚਰਨ ਧੂੜ ਜਿਹੜੀ ਹੈ ਇਸਤਰੀ ਲਿੰਗ ਹੈ, ਇਸਤਰੀ ਲਿੰਗ ਹੋਣ ਕਰਕੇ ਨੰਨੇ ਦੇ ਪੈਰ 'ਚ ਔਂਕੜ ਗੁਰੂ ਮੈਂ ਹਟਾਤਾ ਨਿਯਮ ਅਨੁਸਾਰ। ਰੇਨ ਦਾ ਮਤਲਬ ਚਰਨ ਧੂੜ ਹੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਜਿਸ ਦਾ ਮਨ ਸਾਰ ਦੀ ਚਰਨ ਧੂੜ ਹੋ ਜਾਏ, ਭਾਵ ਅਤੀ ਨਿਮਰਤਾ ਧਾਰਨ ਕਰ ਲੈ ਕਿ ਸਾਰੇ ਲੋਕ ਮੇਰੇ ਤੋਂ ਚੰਗੇ ਹਨ, ਮੈਂ ਇਹਨਾਂ ਤੋਂ ਮਾੜਾ ਹਾਂ, ਇਹ ਮੇਰੇ ਤੋਂ ਚੰਗੇ ਹਨ। ਕਹੋ ਨਾਨਕ ਤਾਕੀ ਨਿਰਮਲ ਸੋਏ, ਉਹਦੀ ਫਿਰ ਦੂਰ ਦੂਰ ਤੱਕ ਵਡਿਆਈ ਹੁੰਦੀ ਹੈ। ਨਿਰਮਲ ਸੋਏ ਵਡਿਆਈ, ਉਹਦੀ ਵਡਿਆਈ ਹੁੰਦੀ ਹੈ, ਕਿਉਂਕਿ ਨਿਮਰਤਾ ਹੁੰਦੀ ਅੰਦਰ। ਜਬ ਲਗ ਜਾਣੇ ਮੁਝ ਤੇ ਕਛੁ ਹੋਏ, ਜਿੰਨਾ ਚਿਰ ਸਮਝਦਾ ਮੈਂ ਕੁਝ ਕਰ ਸਕਦਾ ਹਾਂ, ਮੇਰੇ ਤੋਂ ਕੁਝ ਹੋ ਸਕਦਾ ਹੈ, ਮੈਂ ਕੁਝ ਕਰ ਸਕਦਾ ਹਾਂ, ਮੈਂ ਆ ਗਈ ਨਾ, ਤਬ ਇਸ ਕੋ ਸੁੱਖ ਨਾ ਹੀ ਕੋਏ, ਉਹਨਾਂ ਚਿਰ ਨੂੰ ਸੁੱਖ ਹੀ ਨਹੀਂ ਮਿਲਦਾ ਹੈਗਾ। ਤਬ ਇਸ ਕੋ, ਤਾਂ ਇਸ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਇਹਦੇ ਅੰਦਰ ਹਉਮੈ ਹੈ ਕਿ ਮੈਂ ਵੀ ਕੁਝ ਕਰ ਸਕਦਾ ਹਾਂ। ਜਬ ਇਹ ਜਾਣੈ ਮੈਂ ਕੁਛ ਕਰਤਾ, ਜਦੋਂ ਸਮਝ ਮੈਂ ਕੁਝ ਕਰ ਰਿਹਾ ਹਾਂ, ਤਬ ਲਾ ਗਰਭ ਜੋਨ ਮੈਂ ਫਿਰਤਾ, ਉਹਨਾਂ ਸਮਾਂ
ਗਰਭ ਜੂਨੀਆਂ ਜੀ ਭਟਕਦਾ ਰਹਿੰਦਾ, ਕਦੇ ਕਿਸੇ ਜੂਨੀ 'ਚ, ਕਦੇ ਕਿਸੇ ਜੂਨੀ 'ਚ, ਕਦੇ ਕਿਸੇ ਜੂਨੀ 'ਚ। ਜਬ ਧਾਰੈ ਕੋ ਬੈਰੀ ਬੀਤ, ਜਦੋਂ ਇਹਦੇ ਨਜ਼ਰਾਂ 'ਚ ਕੋਈ ਵੈਰੀ ਹੈ, ਕੋਈ ਮਿੱਤਰ ਹੈ, ਕੋਈ ਆਪਣਾ ਹੈ, ਕੋਈ ਬੇਗਾਨਾ ਹੈ, ਕੋਈ ਚੰਗਾ ਹੈ, ਕੋਈ ਮੰਦਾ ਹੈ, ਤਬ ਲਗ ਨਿਸ਼ਚਲ ਨਾਹੀ ਚੀਤ, ਉਹਨਾਂ ਚਿਰ ਇਹਦੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਇਹਦੇ ਮਨ ਨੂੰ ਟਿਕਾ ਨਹੀਂ ਆਉਂਦਾ ਹੈਗਾ। ਕਿਉਂਕਿ ਹੁਣ ਪਰਮਾਤਮਾ ਨੇ ਜੋ ਬਣਾਇਆ ਉਹ ਤਾਂ ਠੀਕ ਬਣਾਇਆ ਹੋਇਆ ਹੈ। ਅਸੀਂ ਆਪਣੀਆਂ ਨਜ਼ਰਾਂ ਨਾਲ ਦੂਜੇ ਨੂੰ ਪਰਖਦੇ ਹਾਂ। ਜਿਹੜਾ ਮੇਰੇ ਵਿਚਾਰਾਂ ਅਨੁਸਾਰ ਹੈ ਉਹ ਠੀਕ ਹੈ, ਜਿਹੜਾ ਮੇਰੇ ਵਿਚਾਰਾਂ ਅਨੁਸਾਰ ਉਹ ਗਲਤ ਹੈ। ਅਸੀਂ ਦੂਜਿਆਂ ਨੂੰ ਆਪਣੇ ਵਿਚਾਰਾਂ ਅਨੁਸਾਰ ਪਰਖਦੇ ਹਾਂ। ਅਸੀਂ ਕੋਈ ਕਸਵੱਟੀ ਨਹੀਂ ਰੱਖੀ, ਜਿਸ ਕਸਵੱਟੀ 'ਤੇ ਦੂਜੇ ਨੂੰ ਅਸੀਂ ਪਰਖੀਏ। ਪੀਣ ਵਾਲਾ ਹੈ, ਪੀਣ ਵਾਲੇ ਨੂੰ ਚੰਗਾ ਸਮਝਦਾ ਹੈ, ਵੈਸ਼ਨੂੰ ਨੂੰ ਚੰਗਾ ਸਮਝਦਾ ਹੈ। ਕਿਉਂ? ਉਹ ਕਹਿੰਦਾ ਮੈਂ ਵੈਸ਼ਨੂੰ, ਬਸ ਵੈਸ਼ਨੂੰ ਹੀ ਚੰਗੇ ਹੁੰਦੇ, ਬਾਕੀ ਤਾਂ ਐਵੇਂ ਨੇ। ਹਰ ਬੰਦਾ ਦੂਸਰੇ ਨੂੰ ਆਪਣੇ ਵਿਚਾਰਾਂ ਅਨੁਸਾਰ ਪਰਖਦਾ ਹੈ, ਅਤੇ ਆਪਣੇ ਵਿਚਾਰ ਗਲਤ ਵੀ ਹੋ ਸਕਦੇ ਹਨ। ਇੱਕ ਹੀ ਦਾਵਾ ਹੁਣ ਪੀਣ ਵਾਲਾ ਕਹਿੰਦਾ ਪੀਓ ਜੀਓ, ਕੀ ਉਹਦੇ ਵਿਚਾਰ ਠੀਕ ਨੇ? ਸਾਡੇ ਲਈ ਸੌਖਾ ਕੰਮ ਹੈ, ਅਸੀਂ ਗੁਰਬਾਣੀ ਨੂੰ ਕਸਵੱਟੀ ਬਣਾਉਣਾ ਕਿ ਜੋ ਕੁਛ ਇਹ ਕਹਿ ਰਿਹਾ ਕਿ ਗੁਰਬਾਣੀ ਅਨੁਸਾਰ ਠੀਕ ਹੈ, ਜੋ ਇਹ ਕਰ ਰਿਹਾ ਕਿ ਗੁਰਬਾਣੀ ਅਨੁਸਾਰ ਠੀਕ ਹੈ। ਬਸ ਜੇ ਗੁਰਬਾਣੀ ਅਨੁਸਾਰ ਕਰ ਰਿਹਾ ਬਸ ਠੀਕ ਹੈ, ਚਾਹੇ ਸਾਡਾ ਦੁਸ਼ਮਣ ਵੀ ਕਿਉਂ ਨਾ ਹੋਵੇ, ਚਾਹੇ ਉਹਨੂੰ ਪਾਸੇ ਦੁਸ਼ਮਣ ਕਿਉਂ ਨਾ ਆਪਣਾ ਸਮਝੀਏ, ਪਰ ਉਹ ਜੋ ਕਰ ਰਿਹਾ ਗੁਰਬਾਣੀ ਅਨੁਸਾਰ ਕਰ ਰਿਹਾ, ਇਸ ਲਈ ਵਧੀਆ ਇਨਸਾਨ ਹੈ। ਗੁਰਬਾਣੀ ਨੂੰ ਕਸਵੱਟੀ ਬਣਾਉਣਾ ਹੈ, ਆਪਣੇ ਵਿਚਾਰਾਂ ਨੂੰ ਕਸਵੱਟੀ ਨਹੀਂ ਬਣਾਉਣਾ ਹੈ। ਸੋ ਇਸ ਲਈ ਜਿੰਨਾ ਚਿਰ ਕਿਸੇ ਨੂੰ ਵੈਰੀ ਸਮਝਦਾ, ਕਿਸੇ ਨੂੰ ਮਿੱਤਰ ਸਮਝਦਾ, ਉਹਦਾ ਮਨ ਅਡੋਲ ਨਹੀਂ ਹੁੰਦਾ, ਚਿੱਤ ਨਿਚਲ ਨਹੀਂ ਹੁੰਦਾ, ਅਡੋਲ ਨਹੀਂ ਹੁੰਦਾ, ਡੋਲਦਾ ਰਹਿੰਦਾ ਹੈ, ਭਟਕਦਾ ਰਹਿੰਦਾ ਹੈ ਮਨ। ਜਬ ਲਗ ਮੋਹ ਮਗਨ ਸੰਗ ਮਾਏ, ਮਾਇਆ ਦਾ ਮੋਹ ਹੈ। ਜਿੰਨਾ ਚਿਰ ਮਨੁੱਖ ਮਾਇਆ 'ਚ ਮਗਨ ਹੈ, ਮਾਇਆ ਦੇ ਮੋਹ 'ਚ ਜਿੰਨਾ ਚਿਰ ਮਗਨ, ਜਬ ਲੱਗ ਜਦੋਂ ਤੱਕ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜ਼ਾਏ। ਉਹਨਾਂ 'ਚ ਧਰਮ ਰਾਜ ਸਜ਼ਾ ਦਿੰਦਾ ਰਹਿੰਦਾ ਹੈ ਕਿ ਤੈਨੂੰ ਤਾਂ ਨਾਮ ਜਪਣ ਲਈ ਭੇਜਿਆ ਸੀ, ਤੂੰ ਮਾਇਆ ਨੂੰ ਮੋਹ ਕਰਨ ਲੱਗ ਪਿਆ, ਤੂੰ ਮਾਇਆ ਕਮਾਉਣ 'ਚ ਹੀ ਲੱਗਾ ਹੋਇਆ, ਤੈਨੂੰ ਤਾਂ ਨਾਮ ਜਪਣ ਲਈ ਭੇਜਿਆ ਸੀ। ਸੋ ਹਮੇਸ਼ਾ ਅਸੀਂ ਯਾਦ ਰੱਖਣਾ ਹੈ ਕਿ ਸਾਡਾ ਜਿਹੜਾ ਮੁੱਖ ਕੰਮ ਹੈ ਉਹ ਨਾਮ ਜਪਣਾ ਹੈ। ਸੰਸਾਰੀ ਕੰਮ ਦੂਜੇ ਨੰਬਰ 'ਤੇ। ਇਸ ਲਈ ਗੁਰੂ ਮਹਾਰਾਜ ਦਾ ਹੁਕਮ ਹੈ, ਸਵੇਰੇ ਉੱਠੋ, ਨਹਾਓ ਧੋ, ਸਿਮਰਨ ਕਰੋ, ਬਾਣੀ ਪੜ੍ਹੋ, ਫਿਰ ਜੋ ਦਿਨ ਚੜ੍ਹ ਜਾਏ ਫਿਰ ਆਪਣਾ ਕੰਮ ਧੰਦੇ ਜਿਹੜੇ ਤੁਸੀਂ ਕਰਦੇ ਹੋ ਸੰਸਾਰਿਕ ਉਹ ਕਰੋ। ਕੰਮ ਧੰਦੇ ਕਰਦਿਆਂ ਹੋਇਆਂ ਵੀ ਪਰਮਾਤਮਾ ਨੂੰ ਚਿੱਤ 'ਚ ਰੱਖਣਾ, ਉਹਨੂੰ ਯਾਦ ਰੱਖਣਾ ਹੈ। ਨਹੀਂ ਤਾਂ ਫਿਰ ਕਿ ਜੇ ਮਾਇਆ 'ਚ ਹੀ ਮਗਨ ਰਹਿ ਗਿਆ ਨਾ, ਮਾਇਆ ਦੇ ਮੋਹ 'ਚ ਹੀ ਫਸੇ ਰਹਿ ਗਿਆ, ਫਿਰ ਧਰਮਰਾਜ ਸਜ਼ਾ ਦਿੰਦਾ ਹੈ। ਸਜ਼ਾਏ ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨੀ ਹੈ। ਫਾਰਸੀ ਦੇ ਜਿਹੜੇ ਸ਼ਬਦ ਹੁੰਦੇ ਨੇ ਇਹ ਬਹੁਤੇ ਪੈਰ 'ਚ ਬਿੰਦੀ ਵਾਲੇ ਹੁੰਦੇ ਨੇ, ਜਿਵੇਂ ਪਾਤਸ਼ਾਹ, ਬਾਦਸ਼ਾਹ, ਸ਼ਾਹ, ਸ਼ਾਹੂਕਾਰ, ਇਸ ਤਰ੍ਹਾਂ ਸਜ਼ਾਏ, ਰਜ਼ਾਏ, ਇਸ ਤਰ੍ਹਾਂ ਫਾਰਸੀ ਦੇ ਬਹੁਤੇ ਸ਼ਬਦ ਪੈਰ 'ਚ ਬਿੰਦੀ ਨਾਲ ਲੱਗਦੇ ਨੇ। ਰਜ਼ਾਏ, ਰਜ਼ਾ, ਇਹ ਵੀ ਫਾਰਸੀ ਦਾ ਸ਼ਬਦ ਹੈ, ਉਹਦੀ ਰਜ਼ਾ 'ਚ ਰਹਿਣਾ ਚਾਹੀਦਾ ਹੈ। ਉਹ ਹੁਕਮ ਰਜ਼ਾਈ ਚੱਲਣਾ, ਹੁਕਮ ਮੈਨੂੰ ਸਿਹਾਰੀ ਹੈ, ਰਜ਼ਾਈ ਪਰਮਾਤਮਾ, ਪਰਮਾਤਮਾ ਦੇ ਹੁਕਮ ਵਿੱਚ ਚੱਲਣਾ ਹੈ। ਸੋ ਰਜ਼ਾ ਤੋਂ ਬਣੇ ਰਜ਼ਾਈ, ਰਜ਼ਾ ਦਾ ਮਾਲਕ। ਇਸੇ ਤਰ੍ਹਾਂ ਇਹ ਸਜ਼ਾ ਤੋਂ ਬਣੇ ਸਜ਼ਾਈ। ਉਹਨਾਂ ਚਿਰ ਧਰਮਰਾਜ ਉਸਨੂੰ ਸਜ਼ਾ ਦਿੰਦਾ ਹੈ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਖਿਆਲ ਰੱਖਣਾ, ਬੰਧਨ ਬਹੁ ਵਚਨ ਹੈ, ਟੂਟੈ ਇੱਕ ਵਚਨ ਹੈ।
ਹੁਣ ਜੇ ਕਰਤਾ ਬਹੁਵਚਨ ਹੈ ਤਾਂ ਅੱਗੇ ਕਿਰਿਆ ਵੀ ਬਹੁਵਚਨ ਹੋਵੇਗੀ। ਇਹ ਨਿਯਮ ਹੈ, ਚਾਹੇ ਹਿੰਦੀ ਹੈ, ਚਾਹੇ ਪੰਜਾਬੀ ਹੈ, ਚਾਹੇ ਅੰਗਰੇਜ਼ੀ ਹੈ, ਚਾਹੇ ਕੋਈ ਵੀ ਜ਼ਬਾਨ ਹੈ। ਜੇ ਕਰਤਾ ਇੱਕ ਵਚਨ ਹੈ ਤਾਂ ਕਿਰਿਆ ਵੀ ਇੱਕ ਵਚਨ, ਜੇ ਕਰਤਾ ਬਹੁਵਚਨ ਤਾਂ ਕਿਰਿਆ ਵੀ ਬਹੁਵਚਨ। ਉਹ ਜਾਂਦਾ ਹੈ, ਇੱਥੇ ਉਹ ਇੱਕ ਵਚਨ ਹੈ, ਇਸ ਲਈ ਗੁਰਬਾਣੀ ਹਾਹੇ ਨੂੰ ਔਂਕੜ ਲਾ ਰੱਖੇ। ਉਹ ਜਾਂਦੇ ਹਨ, ਇੱਥੇ ਹਾਹੇ ਨੂੰ ਔਂਕੜ ਨਹੀਂ ਹੋਏਗਾ, ਕਿਉਂਕਿ ਜਾਂਦੇ ਹਨ ਬਹੁਵਚਨ ਹੈ, ਉਹ ਬਹੁਵਚਨ ਬਣਾਤਾ ਉਹਨਾਂ ਨੇ। ਇਸ ਕਰਕੇ ਜਿਹੜੇ ਔਂਕੜ ਲੱਗੇ ਹੋਏ ਨੇ ਇਹ ਤਾਂ ਇੱਕ ਵਚਨ ਦੱਸਦੇ ਨੇ ਵੀ ਜਿਹੜਾ ਇਹ ਸ਼ਬਦ ਹੈ ਇਹ ਪੁਲਿੰਗ ਹੈ ਅਤੇ ਇੱਕ ਵਚਨ ਹੈ। ਕਿਤੇ ਕਿਤੇ ਇਸਤਰੀ ਲਿੰਗ ਨੂੰ ਵੀ ਔਂਕੜ ਲੱਗਾ ਹੁੰਦਾ, ਜੇ ਵਸਤ ਹੈ ਤਾਂ ਤੈਨੂੰ ਔਂਕੜ ਲੱਗਾ, ਕਿਉਂਕਿ ਹਿੰਦੀ 'ਚ ਵਸਤੂ ਹੁੰਦਾ ਸ਼ਬਦ, ਉਸੇ ਤਰ੍ਹਾਂ ਸ਼ਬਦ ਲੈ ਲਿਆ। ਉਹ ਬੋਲਦੇ ਉਹਨੂੰ ਪੰਜਾਬੀ ਤਰ੍ਹਾਂ ਨੇ, ਸ਼ਬਦ ਉਸ ਤਰ੍ਹਾਂ ਹਿੰਦੀ ਵਾਲਾ। ਆਪਾਂ ਤਾਂ ਚੀਜ਼ ਕਹਿੰਦੇ, ਆਪਾਂ ਤਾਂ ਫਾਰਸੀ, ਪੰਜਾਬੀ ਦੇ ਵਿੱਚ ਬਹੁਤੇ ਫਾਰਸੀ ਦੇ ਸ਼ਬਦ ਨੇ, ਹਿੰਦੀ 'ਚ ਬਹੁਤੇ ਸੰਸਕ੍ਰਿਤ ਦੇ ਸ਼ਬਦ ਨੇ, ਹਿੰਦੀ ਦੇ ਵਿੱਚ ਬਹੁਤੇ ਸੰਸਕ੍ਰਿਤ ਦੇ ਸ਼ਬਦ ਨੇ, ਸਾਡੀ ਪੰਜਾਬੀ ਦੇ ਵਿੱਚ ਬਹੁਤੇ ਫਾਰਸੀ ਦੇ ਸ਼ਬਦ ਨੇ, ਕਿਉਂਕਿ ਫਾਰਸੀ ਦਾ ਬੋਲਬਾਲਾ ਸੀ। ਹਾਲਾਂਕਿ ਦੇਖੋ ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜਾ ਸੀ, ਪਰ ਉਹਦੇ ਸਮੇਂ 'ਚ ਵੀ ਫਾਰਸੀ 'ਚ ਹੀ ਸਾਰਾ ਕੁਝ ਲਿਖਤ ਪੜ੍ਹਤ ਹੁੰਦੀ ਸੀ। ਰਾਜ ਭਾਸ਼ਾ ਉਦੋਂ ਵੀ ਫਾਰਸੀ ਹੀ ਸੀ। ਫਿਰ ਹੌਲੀ ਹੌਲੀ ਜਦੋਂ ਫਾਰਸੀ ਦਾ ਜ਼ੋਰ ਘਟਿਆ, ਫਿਰ ਉਰਦੂ ਆ ਗਿਆ, ਫਿਰ ਸਾਰੀ ਲਿਖਤ ਪੜ੍ਹਤ ਤਹਿਸੀਲਾਂ 'ਚ ਹੋਰਾਂ ਥਾਵਾਂ 'ਤੇ ਉਰਦੂ 'ਚ ਹੋਣ ਲੱਗ ਪਈ। ਹਾਂਜੀ, ਅੱਜ ਦੇ ਵੀ ਜਿਹੜੇ ਅਰਜ਼ੀ ਨਵੀਸ਼ ਨੇ ਨਾ, ਹਾਲਾਂਕਿ ਅਰਜ਼ੀ ਵੀ ਫਾਰਸੀ ਦਾ ਸ਼ਬਦ ਹੈ ਅਤੇ ਨਵੀਸ਼ ਵੀ ਫਾਰਸੀ ਦਾ ਸ਼ਬਦ ਹੈ, ਠੀਕ ਹੈ। ਉਹ ਹੁਣ ਵੀ ਜਦੋਂ ਕੋਈ ਲਿਖਦੇ ਨੇ ਵਿੱਚ ਉਹ ਫਾਰਸੀ ਦੇ ਸ਼ਬਦ ਨੂੰ, ਉਹਨਾਂ ਨੂੰ ਐਗਜ਼ੈਕਟ ਉਹਨਾਂ ਪੰਜਾਬੀ ਨਹੀਂ ਆਉਂਦੀ ਹੈਗੀ, ਉਹ ਰਲਗੱਡ ਜਿਹਾ ਵਿੱਚ ਕਰ ਦਿੰਦੇ ਹਨ ਜੀ। ਸੋ ਪੰਜਾਬੀ ਦੇ ਵਿੱਚ ਫਾਰਸੀ ਦਾ ਜ਼ਿਆਦਾ ਪ੍ਰਭਾਵ ਹੈ, ਹਿੰਦੀ ਦੇ ਵਿੱਚ ਸੰਸਕ੍ਰਿਤ ਦਾ ਪ੍ਰਭਾਵ ਹੈ। ਇਸ ਜਿਹੜਾ ਗੁਰਬਾਣੀ ਸੰਸਕ੍ਰਿਤ ਦਾ ਸ਼ਬਦ ਹੈ, ਉਹ ਮੈਨੂੰ ਫਿਰ ਹਿੰਦੀ ਦੀ ਡਿਕਸ਼ਨਰੀ ਵੇਖਦਾ, ਕਿਉਂਕਿ ਉਹ 'ਚ ਜ਼ਰੂਰ ਦਿੱਤਾ ਹੁੰਦਾ ਹਿੰਦੀ ਦੇ ਵਿੱਚ, ਫਿਰ ਸੰਸਕ੍ਰਿਤ ਦੇ ਵੀ ਡਿਕਸ਼ਨਰੀ ਸ਼ਬਦ ਹੁੰਦੇ ਨੇ। ਸੋ ਬੰਧਨ ਬਹੁਵਚਨ ਹੈ, ਟੂਟਾ ਇੱਕ ਵਚਨ ਹੈ। ਇਹਨੂੰ ਬਹੁਵਚਨ ਬਣਾਉਣ ਲਈ ਟੈਂਕ ਇਹਨੂੰ ਦਲਾਵਾਂ ਦੇ ਨਾਲ ਬਿੰਦੀ ਲਾਉਣੀ ਹੈ, ਤੂੰ ਟੈਂ। ਜਾਂ ਹੁੰਦਾ ਤੱਤੇ ਨੂੰ ਦਲੈਂਕੜ, ਟੈਂਕਾ ਹਾਹੇ ਨੂੰ ਸਿਆਰੀ, ਤੂੰ ਟੈਂ, ਉਹ ਵੀ ਹੁੰਦਾ। ਪਰ ਇੱਥੇ ਅਸੀਂ ਕੋਈ ਅੱਖਰ ਨਹੀਂ ਵਾਧਾ ਘਾਟਾ ਕੋਈ ਕਰਨਾ, ਬਸ ਉੱਥੇ ਉਚਾਰਨ 'ਚ ਫਰਕ ਪਾਉਣਾ। ਤੂੰ ਟੈਂ ਨੂੰ ਪੜ੍ਹਨਾ, ਤੂੰ ਟੈਂ, ਪ੍ਰਭ ਕਿਰਪਾ ਤੇ ਬੰਧਨ ਤੂੰ ਟੈਂ। ਇਹ ਮੋਹ ਮਾਇਆ ਦੇ ਬੰਧਨ ਜਿਹੜੇ ਨੇ ਇਹ ਪਰਮਾਤਮਾ ਦੀ ਕਿਰਪਾ ਨਾਲ ਟੁੱਟਦੇ ਨੇ। ਗੁਰ ਪ੍ਰਸਾਦ ਨਾਨਕ ਹਉ ਛੂਟੈ, ਹਉ ਇੱਕ ਵਚਨ ਇਸ ਲੱਗੇ ਛੂਟੈ, ਉਹ ਛੂਟਾ ਇੱਕ ਵਚਨ ਹੈ। ਗੁਰੂ ਦੀ ਕਿਰਪਾ ਨਾਲ ਅੰਦਰ ਹਉਮੈ ਖਤਮ ਹੁੰਦੀ ਹੈ। ਗੁਰੂ ਮਹਾਰਾਜ ਕਿਰਪਾ ਕਰ ਦੇਣ, ਇਹ ਸਾਰਾ ਮਨ ਸਾਫ਼ ਕਰ ਦੇਣ, ਅੰਦਰ ਹਉਮੈ ਖਤਮ ਕਰ ਦਿੰਦੇ ਨੇ। ਪਰਮਾਤਮਾ ਦੀ ਕਿਰਪਾ ਨਾਲ ਬੰਧਨ ਖਤਮ ਹੋ ਜਾਂਦੇ ਹਨ। ਤਾਂ ਹੀ ਕਹਿੰਦੇ ਜਦੋਂ ਆਪਾਂ ਭਜਨ ਬੰਦਗੀ ਕਰਦੇ ਹਾਂ, ਸਾਰੇ ਕਹਿੰਦੇ ਮਨ ਨਹੀਂ ਟਿਕਦਾ ਜੀ, ਮਨ ਸਾਡੇ ਵੱਸ 'ਚ ਹੀ ਨਹੀਂ, ਇਸ ਲਈ ਉਸ 'ਤੇ ਜ਼ੋਰ ਲਾਈ ਜਾਣ ਦਾ ਕੋਈ ਫਾਇਦਾ ਨਹੀਂ ਹੈ। ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ, ਜਾਂ ਤਾਂ ਪਰਮਾਤਮਾ ਦੀ ਕਿਰਪਾ ਹੋ ਜਾਏ ਜਾਂ ਗੁਰੂ ਦੀ ਹੋ ਜਾਏ, ਫਿਰ ਆਪੇ ਮਨ ਟਿਕ ਜਾਏਗਾ। ਸਾਡੇ ਵੱਸ ਦਾ ਨਹੀਂ, ਸਾਡਾ ਕੰਮ ਤਾਂ ਭਜਨ ਬੰਦਗੀ ਕਰਨਾ ਹੈ। ਇਹ ਵੀ ਪਹਿਲੀ ਸਟੇਜ ਹੈ, ਸਾਡਾ ਕੰਮ ਭਜਨ ਬੰਦਗੀ ਕਰਨਾ ਹੈ। ਅਖੀਰਲੀ ਸਟੇਜ ਹੈ ਜਿਹੜੀ ਮੈਂ ਭਜਨ ਬੰਦਗੀ ਕਰਦਾ, ਇਹ ਪਰਮਾਤਮਾ ਕਰਾ ਰਿਹਾ ਹੈ, ਮੈਂ ਕਿਤੇ ਕਰ ਜਾਊਗਾ ਭਜਨ ਬੰਦਗੀ। ਇਹ ਸਟੇਜ ਹੈ, ਕਿਉਂਕਿ ਪਹਿਲਾਂ ਸਾਡੇ 'ਚ ਹੋਂ ਹੁੰਦੀ ਹੈ, ਮੈਂ ਭਜਨ ਬੰਦਗੀ ਕਰਦਾ ਹਾਂ, ਮੈਂ ਨਿਤਨੇਮ ਕਰਦਾ ਹਾਂ, ਮੈਂ 4 ਵਜੇ ਉੱਠਦਾ ਹਾਂ। ਆਪਾਂ ਕਹਿ ਰਹੇ ਨਾ ਹੀ, ਜਦੋਂ ਗਿਆਨ ਹੁੰਦਾ ਫਿਰ ਅੰਦਰ ਵੀ ਉਹ ਉਠਾਇਆ ਵੀ ਉਹਨੇ, ਭਜਨ ਬੰਦਗੀ ਵੀ ਉਹਨੇ ਕਰਾਈ। ਪਹਿਲੀ ਅਵਸਥਾ ਹੈ ਮਿਹਨਤ ਮੇਰੀ ਰਹਿਮਤ ਤੇਰੀ, ਅਖੀਰਲੀ ਅਵਸਥਾ ਸੱਚੇ ਪਾਤਸ਼ਾਹ ਮਿਹਨਤ ਵੀ ਤੇਰੀ ਅਤੇ ਰਹਿਮਤ ਵੀ ਤੇਰੀ। ਮੈਂ ਕੌਣ ਸੀ ਮਿਹਨਤ ਕਰਨ ਵਾਲਾ, ਤੂੰ ਮੇਰੇ 'ਤੇ ਰਹਿਮਤ ਕੀਤੀ ਤਾਂ ਮੈਂ ਮਿਹਨਤ ਕੀਤੀ, ਫਿਰ ਤੂੰ ਮੇਰੇ ਤੋਂ ਮਿਹਨਤ ਕਰਾਈ, ਫਿਰ ਤੂੰ ਮੇਰੇ 'ਤੇ ਫਿਰ ਰਹਿਮਤ ਕਰਤੀ। ਇਹ ਅਖੀਰਲੀ ਸਟੇਜ ਹੈ। ਪਹਿਲਾ ਇਹੀ ਹੈ, ਥਾਂ 'ਤੇ ਲਿਖਿਆ ਹੁੰਦਾ ਮਿਹਨਤ ਮੇਰੀ ਰਹਿਮਤ ਤੇਰੀ।
ਜੋ ਬ੍ਰਹਮ ਗਿਆਨ ਦਾ ਫਿਰ ਕਹਿੰਦਾ ਓਹੋ ਇਹਦੇ ਪਰਮਾਤਮਾ ਨੇ ਮੇਰੇ ਤੋਂ ਮਿਹਨਤ ਕਰਾਈ, ਉਹਨੇ ਕਿਰਪਾ ਕੀਤੀ, ਮੇਰੇ ਮਿਹਨਤ ਵਾਲਾ ਮੇਰੇ ਅੰਦਰ ਸੁਭਾਅ ਪੈਦਾ ਕੀਤਾ, ਮੇਰੀ ਉਸ ਤਰ੍ਹਾਂ ਦੀ ਆਦਤ ਬਣਾਈ, ਫਿਰ ਮੈਂ ਉਸਨੇ ਮੇਰੇ ਤੋਂ ਮਿਹਨਤ ਕਰਾਈ, ਫਿਰ ਆਪ ਹੀ ਉਹਨੇ ਰਹਿਮਤ ਕੀਤੀ। ਸਹਿਸ ਖਟੇ ਲੱਖ ਕੋਟ ਧਾਵੈ, ਧਾਵੈ ਹੁੰਦਾ ਭੱਜਿਆ ਫਿਰਨਾ। ਸਹਿਸ ਹਿੰਦੀ ਦਾ ਸ਼ਬਦ ਹੈ ਹਜ਼ਾਰਾਂ, ਹਜ਼ਾਰਾਂ ਕਮਾਉਂਦਾ ਮਨੁੱਖ ਰੁਪਈਏ, ਲੱਖਾਂ ਲਈ ਭੱਜਿਆ ਫਿਰਦਾ ਹੈ। ਮੈਂ ਦੇਖਿਆ ਜਿਹੜਾ ਗਰੀਬ ਹੈ ਉਹ ਕਹਿੰਦੇ ਜੇ ਵਾਰੀ ਕਿਤੇ ਲੱਖ ਦੀ ਲਾਟਰੀ ਨਿਕਲ ਜਾਏ ਨਾ, ਆਹ ਬੱਲੇ ਬੱਲੇ, ਜਦੋਂ ਨਿਕਲ ਆਉਂਦੀ ਨਾ ਉਹ ਹਫ਼ਤੇ 'ਚ ਮੁੱਕ ਜਾਂਦੀ ਹੈ। ਆਹ ਖਰੀਦ ਲਿਆ, ਉਹ ਖਰੀਦ ਲਿਆ, ਨਿਬੜ ਗਿਆ ਕੰਮ। ਫਿਰ ਉਹ ਕਹਿੰਦਾ ਉਹ ਇਹ ਤਾਂ ਘਰ ਹੀ ਨਹੀਂ ਬਣਿਆ, ਘਰ ਤਾਂ ਫਿਰ ਵੀ ਰਹਿ ਗਿਆ ਹੈ, ਤਾਂ ਮੋਟਰਸਾਈਕਲ ਵੀ ਨਹੀਂ ਆਇਆ 1 ਲੱਖ 'ਚ, ਤਾਂ ਉਹ ਵੀ 1.5 ਲੱਖ ਦਾ ਆਉਂਦਾ ਹੈ, ਉਹ ਥੋੜ੍ਹੇ ਲੱਗਦੇ ਨੇ। ਜਦੋਂ ਨਹੀਂ ਸੀ ਉਹ ਕਹਿੰਦਾ ਲੱਖ ਬਹੁਤ ਹੁੰਦਾ ਹੋਣਾ, ਜੋ ਲੱਖ ਦਾ ਕੁਝ ਵੀ ਨਹੀਂ ਲੱਗਦਾ, ਕੁਝ ਨਹੀਂ ਲੱਗਦਾ। ਫਿਰ ਕਰੋੜ ਤੱਕ ਜਾਂਦਾ ਹੈ, ਉਹਨੇ ਚਿਰ ਨੂੰ ਸਟੈਂਡਰਡ ਹਾਈ ਹੋ ਜਾਂਦਾ ਹੈ। ਲਿਵਿੰਗ ਸਟੈਂਡਰਡ ਮਨੁੱਖ ਦਾ ਜਿਉਂ ਜਿਹਾ ਅਮੀਰ ਹੁੰਦਾ ਹਾਈ ਹੁੰਦਾ ਜਾਂਦਾ ਹੈ। ਹੁਣ ਪਹਿਲਾਂ ਜਿਹੜਾ ਹੈ ਮਰੂਤੀ ਕਾਰ ਖਰੀਦੇ 2-2.5 ਲੱਖ ਦੀ, ਹੋਰ ਸਟੈਂਡਰਡ ਹੋ ਗਿਆ, ਫਿਰ ਜਿਹੜੇ 6-7 ਲੱਖ ਦੀ ਖਰੀਦੀ, ਹੋਰ ਸਟੈਂਡਰਡ, ਫਿਰ 15-16 ਲੱਖ ਦੀ ਖਰੀਦੀ, ਹੋਰ ਹੋ ਗਿਆ 25 ਲੱਖ ਦੀ ਖਰੀਦੀ, ਫਿਰ ਕਰੋੜ ਦੀ, 2 ਕਰੋੜ ਦੀ, 50-50 ਕਰੋੜ ਦੀਆਂ ਵੀ ਕਾਰਾਂ ਨੇ। ਹਾਂਜੀ, ਸੋ ਇਸ ਲਈ ਜਿਹੜਾ ਹੈ ਇਹ ਧਨ ਨਾਲ ਕਦੇ ਮਨ ਨਹੀਂ ਰੱਜਦਾ। ਸਹਿਸ ਖਟੇ ਹਜ਼ਾਰਾਂ ਕਮਾਉਂਦਾ, ਲੱਖ ਕੋਟ ਧਾਵੈ, ਲੱਖਾਂ ਲਈ। ਲੱਖ ਖੱਖੇ ਨੂੰ ਔਕੜ ਨਹੀਂ ਹੈ, ਲੱਖ ਬਹੁਵਚਨ ਹੈ, ਲੱਖਾਂ ਲਈ ਭੱਜਿਆ ਫਿਰਦਾ ਵੀ ਲੱਖਾਂ ਹੋਣ। ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਪਾਛੈ ਪਾਵੈ ਹੁੰਦਾ ਪਿੱਛੇ ਲੱਗਿਆ ਰਹਿਣਾ, ਮਾਇਆ ਦੇ ਮਗਰ ਲੱਗਾ ਰਹਿੰਦਾ, ਪਰ ਮਨ ਨੂੰ ਤ੍ਰਿਪਤੀ ਨਹੀਂ ਹੁੰਦੀ, ਮਨ ਰਾਜਦਾ ਨਹੀਂ ਹੈ। ਅਨੇਕ ਭੋਗ ਵਿਖਿਆ ਕੇ ਕਰੇ, ਇਹ ਮਾਇਆ ਦੇ ਨਾਲ ਅਨੇਕਾਂ ਪ੍ਰਕਾਰ ਦੇ ਭੋਗ ਭੋਗਦਾ ਹੈ, ਖਾਂਦਾ ਪੀਂਦਾ, ਐਸ਼ੋ ਇਸ਼ਰਤ ਕਰਦਾ ਹੈ। ਵਿਖਿਆ ਮਾਇਆ ਨੂੰ ਕਿਹਾ ਹੈ, ਵਿਖ ਜ਼ਹਿਰ ਨੂੰ ਵੀ ਕਹਿੰਦੇ ਨੇ। ਨਾ ਤ੍ਰਿਪਤਾਵੇ ਖਪ ਖਪ ਮਰੇ, ਇਹਨੂੰ ਨਹੀਂ ਪੈਣਾ। ਜੇ ਹਾਹੇ ਨੂੰ ਸਿਹਾਰੀ ਹੁੰਦੀ ਫਿਰ ਹਿੰਦੀ ਦਾ ਸ਼ਬਦ ਸੀ, ਫਿਰ ਉਚਾਰ ਸੀ ਨਹਿ। ਹਾਹੇ ਨੂੰ ਸਿਹਾਰੀ ਨਹੀਂ ਹੈ, ਹੁਣ ਇਹ ਫਾਰਸੀ ਦਾ ਸ਼ਬਦ ਹੈ, ਉਚਾਰਨ ਹੈ ਨਾ। ਨਾ ਤ੍ਰਿਪਤਾਵੇ ਖਪ ਖਪ ਮਰੇ, ਰਾਜਦਾ ਨਹੀਂ ਹੈ, ਮਾਇਆ ਨਾਲ ਰਾਜਦਾ ਨਹੀਂ, ਮਨ ਨਾਲ ਤ੍ਰਿਪਤੀ ਨਹੀਂ ਹੁੰਦੀ ਮਾਇਆ ਨਾਲ। ਮਾਇਆ ਦੀ ਖਾਤਰ ਖਪਦਾ ਖਪਦਾ ਮਰ ਜਾਂਦਾ ਹੈ, ਖਪਦਾ ਰਹਿੰਦਾ। ਅਤੇ ਉਹਨਾਂ ਫਿਰ ਤੱਤ ਕੱਢਿਆ, ਬਿਨਾ ਸੰਤੋਖ ਨਹੀਂ ਕੋ ਰਾਜੈ, ਸਬਰ ਸੰਤੋਖ ਤੋਂ ਬਿਨਾਂ ਕੋਈ ਅੱਜ ਤੱਕ ਰੱਜਿਆ ਨਹੀਂ ਹੈ। ਹੁਣ ਪ੍ਰੋਬਲਮ ਇਹ ਹੈ ਵੀ ਸਬਰ ਸੰਤੋਖ ਨਾਮ ਤੋਂ ਬਿਨਾਂ ਨਹੀਂ ਆਉਂਦਾ। ਉਂਝ ਨਹੀਂ ਹੁੰਦਾ ਤੁਹਾਡੇ ਕਰੋੜਾਂ ਹੋ ਗਏ, ਹਾਂਜੀ ਬਹੁਤ ਨੇ ਹੁਣ ਆਪਾਂ ਨੂੰ, ਹੁਣ ਨਾ। ਸਬਰ ਸੰਤੋਖ ਨਾਮ ਤੋਂ ਬਿਨਾਂ ਪੈਦਾ ਹੀ ਨਹੀਂ ਹੋ ਸਕਦਾ। ਨਾਮ ਜਪਣ ਵਾਲੇ ਦੇ ਵਿੱਚ ਫਿਰ ਸਬਰ ਸੰਤੋਖ ਛੇਤੀ ਪੈਦਾ ਹੋ ਜਾਂਦਾ। ਬ੍ਰਦਰ ਸੁਣਾਉਂਦੇ ਸਨ, ਜੇ ਕਦੇ ਮੈਂ ਗਿਆਨੀ ਕਰਦਾ ਸੀ, ਆ ਕਾਕੜਾ ਜਿਹਨੂੰ ਢੋਡੇ ਵੀ ਕਹਿੰਦੇ ਸਨ, ਭਵਾਨੀਗੜ੍ਹ ਇੱਥੇ ਉਦੋਂ ਗੁਰੂ ਤੇਗ ਬਹਾਦਰ ਗੁਰਦੁਆਰਾ ਹੁੰਦਾ ਸੀ, ਇਤਿਹਾਸਕ ਗੁਰਦੁਆਰਾ। ਉਸ ਵਿੱਚ ਗਿਆਨੀ ਦੀ ਕਲਾਸਾਂ ਵੀ ਲੱਗਿਆ, ਕਦੇ 1948-49 ਦੀ ਗੱਲ। ਕਦੇ ਮੇਰਾ ਦੋਸਤ ਸੀ, ਕਦੇ ਕਦੇ ਮੈਂ ਉਹਨਾਂ ਦੇ ਘਰ ਜਾਣਾ, ਉਹਦੇ ਬਾਪ ਨੇ ਰਹਿ ਰਸ ਕਰਨੀ, ਰਹਿ ਰਸ ਕਰਕੇ ਫਿਰ ਉਹਨੇ ਅਰਦਾਸ ਕਰਨੀ। ਉਹਨੇ ਇਹ ਕਹਿਣਾ, ਸੱਚੇ ਪਾਤਸ਼ਾਹ ਇੰਨਾ ਜ਼ਰੂਰ ਦੇਵੀਂ ਕਿ ਮੈਨੂੰ ਕਿਸੇ ਦੇ ਅੱਗੇ ਹੱਥ ਨਾ ਅੱਡਣੇ ਪੈਣ, ਪਰ ਇੰਨਾ ਵੀ ਨਾ ਦੇਵੀਂ ਕਿ ਕਿਤੇ ਮੈਂ ਤੈਨੂੰ ਭੁੱਲ ਹੀ ਜਾਵਾਂ। ਬਸ ਇਹੀ ਕਹਿੰਦਾ ਹੁੰਦਾ ਸੀ ਜਦੋਂ ਵੀ ਅਰਦਾਸ ਕਰਦਾ, ਸੱਚੇ ਪਾਤਸ਼ਾਹ ਇੰਨਾ ਜ਼ਰੂਰ ਦੇਵੀਂ ਕਿ ਮੈਨੂੰ ਕਿਸੇ ਦੇ ਅੱਗੇ ਹੱਥ ਨਾ ਅੱਡਣੇ ਪੈਣ, ਪਰ ਇੰਨਾ ਵੀ ਨਾ ਦੇਵੀਂ ਕਿਤੇ ਮੈਂ ਤੈਨੂੰ ਭੁੱਲ ਹੀ ਜਾਵਾਂ। ਇਹ ਕੋਈ ਵਿਰਲਾ ਟਾਵਾਂ ਹੀ ਹੋਣਾ, ਇੰਨਾ ਨਾ ਦੇਵੀਂ, ਹੋਰ ਦੇ ਹੋਰ ਦੇ। ਸੋ ਬਿਨਾ ਸੰਤੋਖ ਨਹੀਂ ਕੋ ਰਾਜੈ, ਸਬਰ ਸੰਤੋਖ ਤੋਂ ਬਿਨਾਂ ਰਾਜ ਨਹੀਂ ਹੁੰਦਾ। ਅਤੇ ਸਬਰ ਸੰਤੋਖ ਮੈਂ ਦੱਸਿਆ
ਨਾਮ ਤੋਂ ਬਿਨਾਂ ਨਹੀਂ ਆਉਂਦਾ। ਸੁਪਨ ਮਨੋਰਥ ਬ੍ਰਿਥੇ ਸਭ ਕਾਜ। ਜਿਵੇਂ ਸੁਪਨੇ ਦੇ ਵਿੱਚ ਆਪਣੀ ਕੋਈ ਇੱਛਾ ਪੂਰੀ ਹੋ ਵੀ ਜਾਏ, ਮਨੋਰਥ ਹੁੰਦਾ ਮਨੋ ਅਰਥ, ਅਰਥ ਹੁੰਦਾ ਕੰਮ। ਕਿਤ ਅਰਥ ਤੂੰ ਆਇਆ, ਤੂੰ ਕਿਸ ਕੰਮ ਆਇਆ ਪਏ, ਮਨ ਦੀ ਇੱਛਾ। ਜਿਹੜੇ ਸੁਪਨੇ 'ਚ ਮਨੋਰਥ ਪੂਰੇ ਹੋ ਜਾਂਦੇ ਨਾ, ਬਿਰਥੇ ਸਭ ਕਾਜ ਹੈ, ਉਹ ਤਾਂ ਸਭ ਵਿਅਰਥ ਨੇ। ਜੋ ਦਿਨ ਚੜਿਆ ਉਹ ਤਾਂ ਐਵੇਂ ਹੀ ਹੈ। ਸੁਪਨੇ 'ਚ ਰਾਜਾ ਬਣਿਆ ਬੈਠਾ ਹੈ, ਬੱਲੇ 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 ਬੱਲੇ। ਸੁਪਨਾ ਟੁੱਟਦਾ, ਉੱਥੇ ਟੁੱਟੀ ਜਿਹੀ ਮੰਜੀ 'ਤੇ ਪਿਆ। ਅਤੇ ਕਈ ਵਾਰੀ ਸੁਪਨੇ ਪਿਆ ਭਿਖਾਰੀ, ਰਾਜਾ ਤੇ ਭਿਖਾਰੀ ਹੋ ਜਾਂਦਾ ਹੈ। ਉਸ ਸੁਪਨੇ ਦੇ ਵਿੱਚ ਜੋ ਵੀ ਹੋ ਰਿਹਾ ਉਹ ਤਾਂ ਵੈਸੇ ਹੀ ਹੈ, ਉਹ ਤਾਂ ਵਿਅਰਥ ਹੈ। ਉਹ ਤਾਂ ਜੇ ਸੁਪਨਾ ਟੁੱਟਣਾ ਸਭ ਵਿਅਰਥ ਹੋ ਜਾਂਦਾ। ਬਿਰਥੇ ਸਭ ਕਾਜ ਹੈ, ਸਾਰਾ ਕਾਰਜ ਸਭ ਕਾਰਜ ਵਿਅਰਥ ਨੇ। ਨਾਮ ਰੰਗ ਸਰਬ ਸੁਖ ਹੋਏ। ਰੰਗ ਪਿਆਰ ਨੂੰ ਕਹਿੰਦੇ ਨੂੰ। ਨਾਮ ਨਾਲ ਜਿਹੜਾ ਪਿਆਰ ਕਰਦੇ ਨਾ, ਸਰਬ ਸੁੱਖ ਨੂੰ, ਹਰ ਪ੍ਰਕਾਰ ਦਾ ਸੁੱਖ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ। ਪਰਮਾਤਮਾ ਦੀ ਭਗਤੀ ਵਿੱਚ ਹੀ ਸੁੱਖ ਹੈ। ਅਸਲ ਪਤਾ ਕੀ ਸੁੱਖ ਹੈ? ਸੁੱਖ ਕਹਿੰਦੇ ਕਿਹਨੂੰ ਨੇ? ਜਿਹੜੀ ਮਨ ਦੀ ਸੰਤੁਸ਼ਟੀ ਹੈ ਨਾ, ਇਹ ਸਭ ਤੋਂ ਵੱਡਾ ਸੁੱਖ ਹੈ। ਮਨ ਸੰਤੁਸ਼ਟ ਹੈ। ਅਲਾਣੀ ਮੰਜੀ 'ਤੇ ਪਏ ਹੋ, ਫਿਰ ਵੀ ਜੇ ਤੁਹਾਡਾ ਮਨ ਸੰਤੁਸ਼ਟ ਹੈ, ਤੁਸੀਂ ਸੁਖੀ ਹੋ। ਅਤੇ ਡੱਲਪ ਦੇ ਗੱਦਿਆਂ ਦੇ ਵਿੱਚ ਤੁਸੀਂ ਪਏ ਹੋ ਅਤੇ ਮਨ ਜਿਹੜਾ ਹੈ ਅਸੰਤੁਸ਼ਟ ਹੈ, ਤਾਂ ਤੁਸੀਂ ਦੁਖੀ ਹੋ। ਸਬਰ ਸੰਤੋਖ ਤੋਂ ਬਿਨਾਂ ਨਹੀਂ ਗੱਲ ਬਣਿਆ ਕਰਦੀ। ਇਸ ਲਈ ਕਹਿੰਦੇ, ਅਤੇ ਸਬਰ ਸੰਤੋਖ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਹੁੰਦਾ। ਨਾਮ ਰੰਗ ਸਰਬ ਸੁੱਖ ਹੋਏ। ਪਰਮਾਤਮਾ ਦੇ ਨਾਮ ਨੂੰ ਪਿਆਰ ਕਰਨ ਨਾਲ ਹਰ ਪ੍ਰਕਾਰ ਦੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਕਹਿੰਦੇ ਬੜ ਭਾਗੀ ਕਿਸੇ ਪ੍ਰਾਪਤ ਹੋਏ। ਕਿਸੇ ਵੱਡੇ ਭਾਗਾਂ ਵਾਲੇ ਨੂੰ ਇਹਦੀ ਪ੍ਰਾਪਤੀ ਹੁੰਦੀ ਹੈ। ਕਰਨ ਕਰਾਵਨ ਆਪੇ ਆਪ। ਪਰਮਾਤਮਾ ਕਰਨ ਕਰਾਉਣ ਵਾਲਾ ਆਪ ਹੀ ਹੈ। ਆਪ ਹੀ ਸਾਡੇ ਵਿੱਚ ਬੈਠ ਕੇ ਕਰਦਾ ਹੈ, ਆਪ ਹੀ ਸਾਡੇ ਤੋਂ ਕਰਾਉਂਦਾ ਹੈ। ਅਸੀਂ ਜੋ ਕਰ ਰਹੇ ਹਾਂ, ਸਾਡੇ ਵਿੱਚ ਬੈਠਾ ਸਾਡੇ ਤੋਂ ਕਰਾ ਰਿਹਾ ਹੈ। ਫਿਰ ਸਿੱਧਾ ਹਿਸਾਬ ਹੈ, ਅਸੀਂ ਸਾਡੀ ਮਰਜ਼ੀ 'ਤੇ ਨਾ ਚੱਲੀ, ਸਾਡੀ ਮਰਜ਼ੀ 'ਤੇ ਨਾ ਚੱਲੀ, ਉਹ ਕਰਾ ਰਿਹਾ। ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ। ਜਿਸ ਪਾਸੇ ਪਰਮਾਤਮਾ ਲਾਉਣਾ, ਅਸੀਂ ਉਸੇ ਪਾਸੇ ਲੱਗੇ ਹੋਏ ਹਾਂ। ਅਸੀਂ ਆਪਣੀ ਮਰਜ਼ੀ ਨਾਲ ਨਹੀਂ ਲੱਗੇ, ਉਹਨੇ ਲਾਇਆ। ਫਿਰ ਜਦੋਂ ਮਰਜ਼ੀ ਉਹ ਬਦਲ ਦਿੰਦਾ ਹੈ। ਸੱਜਣ ਠੱਗ ਨੂੰ ਠੱਗੀਆਂ 'ਤੇ ਲਾਤਾ ਪਹਿਲਾਂ, ਫਿਰ ਪਰਮਾਤਮਾ ਕਹਿੰਦੇ ਹੁਣ ਇਹਦਾ ਰੋਲ ਬਦਲ ਦਈਏ। ਗੁਰੂ ਨਾਨਕ ਨੂੰ ਭੇਜਦਾ, ਜਾ ਵੀ ਸੱਜਣਾ। ਉਹ ਦੁਰਜਨ ਨੂੰ ਸੱਜਣ ਬਣਾ ਕੇ ਬਸ ਰੋਲ ਬਦਲਦਾ, ਉਹ ਸੰਤ ਹੋ ਗਿਆ, ਬ੍ਰਹਮ ਗਿਆਨੀ ਹੋ ਗਿਆ। ਸਿੱਖ ਧਰਮ ਦਾ ਪਹਿਲਾ ਪ੍ਰਚਾਰਕ ਸੱਜਣ ਠੱਗ ਹੀ ਮੁਲਤਾਨ ਦੇ ਇਲਾਕੇ 'ਚ ਲਾਇਆ ਸੀ ਗੁਰੂ ਨਾਨਕ ਦੇਵ ਜੀ ਨੇ। ਸੋ ਇਸ ਲਈ ਪਰਮਾਤਮਾ ਹੀ ਸਾਡੇ ਅੰਦਰ ਬੈਠਾ ਚੰਗੇ ਮੰਦੇ ਕਰਵਾ ਰਿਹਾ ਹੈ। ਉਹ ਕਿਉਂ ਕਰਵਾ ਰਿਹਾ? ਇਹ ਇੱਕ ਲੰਮਾ ਕੰਮ ਹੈ। ਉਹ ਕਿਉਂ ਕਰਵਾ ਰਿਹਾ? ਕਿਉਂਕਿ ਬਹੁਤੇ ਫਿਰ ਨਾਸਿਲ ਹੈ। ਚੋਰੀ ਵੀ ਉਹੀ ਕਰਵਾ ਰਿਹਾ ਹੈ, ਡਾਕੇ ਵੀ ਉਹੀ ਮਰਵਾ ਰਿਹਾ ਹੈ, ਫਲਾਣ ਵੀ ਉਹੀ ਕਰ ਰਿਹਾ। ਫਿਰ ਕਾਹਦਾ ਰੱਬ ਹੈ? ਜਿਹੜਾ ਰੱਬ ਤੁਹਾਡੇ 'ਤੇ ਭੈੜੇ ਕੰਮ ਕਰੇ, ਉਹ ਕਾਹਦਾ ਰੱਬ ਹੋਇਆ? ਲੱਗਦਾ ਤਾਂ ਹੀ ਨਾ, ਉਹ ਕਾਹਦਾ ਰੱਬ ਹੋਇਆ? ਹੁਣ ਤਾਂ ਸਾਡੇ ਕਰਮ ਵੇਖਣ, ਉਹ ਕਰਮ ਵੇਖ ਕੇ ਫਿਰ ਸਾਡੀਆਂ ਡਿਊਟੀਆਂ ਲਾਉਂਦਾ ਹੈ। ਕਰਮਾਂ ਦਾ ਭੁਗਤਾਨ ਤਾਂ ਕਰਾਉਣਾ ਹੀ ਕਰਾਉਣਾ ਨਾ। ਉਹ ਕਰਮਾਂ ਦਾ ਭੁਗਤਾਨ ਹੋ ਰਿਹਾ। ਕਰਨ ਕਰਾਵਨ ਆਪੇ ਆਪ। ਕਰਨ ਕਰਾਉਣ ਵਾਲਾ ਪਰਮਾਤਮਾ ਆਪ ਹੀ ਹੈ। ਸਦਾ ਸਦਾ ਨਾਨਕ ਹਰ ਜਾਪ। ਹੈ ਨਾਨਕ, ਤੂੰ ਸਦਾ ਹੀ ਪਰਮਾਤਮਾ ਦਾ ਜਾਪ ਕਰਦਾ ਰਹਿ। ਹੈ ਨਾਨਕ ਤੋਂ ਭਾਵੇਂ ਹੈ ਇਨਸਾਨ, ਤੂੰ ਸਦਾ ਹੀ ਪਰਮਾਤਮਾ ਦਾ ਨਾਮ ਜਪਦਾ ਰਹਿ। ਕਿਉਂਕਿ ਪੁਰਾਣੇ ਜ਼ਮਾਨੇ 'ਚ ਰਾਈਟਰ ਜਿਹੜੇ ਨੇ ਅਖੀਰੀ ਲਾਈਨ 'ਚ ਆਪਣਾ ਨਾਮ ਲਿਖਿਆ ਕਰਦੇ ਸਨ। ਇੱਥੇ ਦਾ ਮਤਲਬ ਵੀ ਗੁਰੂ ਨਾਨਕ ਦੇਵ ਜੀ ਆਖਦੇ ਹਨ, ਸਦਾ ਸਦਾ ਹਰ ਜਾਪ ਪਈ। ਸਦਾ ਹੀ ਪਰਮਾਤਮਾ ਦਾ ਜਾਪ ਕਰੋ। ਕਰਨ ਕਰਾਵਨ ਕਰਨੈ ਹਾਰ। ਕਰਨੈ ਹਰ ਨੇ ਕਰਨ ਵਾਲਾ। ਪਰਮਾਤਮਾ ਕਰਨ ਕਰਾਉਣ ਵਾਲਾ ਹੈ। ਇਸਕੇ ਹਾਥ ਹੈ ਕਹਾ ਵਿਚਾਰ। ਇਹਨੂੰ ਕਹਾਂ ਵਿਚਾਰ ਨਹੀਂ ਪੜ੍ਹ ਦੇਣਾ। ਕਹਾਂ ਤਾਂ ਹੁੰਦਾ ਕਿੱਥੇ?
ਕਹਾ ਮੈਨੇ ਕੀ, ਇਸ ਮਨੁੱਖ ਦੇ ਹੱਥੇ ਕੀ ਵਿਚਾਰ ਹੈ। ਇਸ ਹੱਥ ਦੇ ਵਿੱਚ, ਇਸ ਮਨੁੱਖ ਦੇ ਹੱਥੇ ਕੁਛ ਨਹੀਂ ਹੈ। ਕਹਾ ਮੈਨੇ ਕੀ, ਕਹਾਂ ਦੇ ਦੋ ਅਰਥ ਹੁੰਦੇ ਨੇ। ਕਹਾਂ ਕੁਦਰਤ ਕਵਨ, ਕਹਾਂ ਵਿਚਾਰ। ਕਹਾਂ ਮੈਨੇ ਆਖਾਂ। दूसरा अर्थ है कहाँ मैंने किथे, आप कहाँ जा रहे हैं, आप कहाँ से आ रहे हैं। पर कहा दे अर्थ तीन ने, की, क्यों, किवें। की, क्यों, किवें। सो इस मनुख दे हथ की विचार है, कुछ भी नहीं पावे दे हथ च। जैसी दृष्ट करे तैसा होए। ਜਿਹੋ ਜੀ ਪਰਮਾਤਮਾ ਕਿਸੇ ਜੀਵ 'ਤੇ ਦ੍ਰਿਸ਼ਟੀ ਪਾ ਦਿੰਦਾ, ਉਹੋ ਜਿਹਾ ਜੀਵ ਹੋ ਜਾਂਦਾ ਹੈ। ਬਸ ਜਿਸ ਦ੍ਰਿਸ਼ਟੀ ਨਾਲ ਉਸ ਨੂੰ ਵੇਖਿਆ, ਉਹੋ ਜਿਹਾ ਜੀਵ ਹੋ ਜਾਂਦਾ। ਕਿ ਪਰਮਾਤਮਾ ਦੀ ਜੋ ਭਾਵਨਾ ਹੈ ਉਹ ਚੱਲਣੀ ਹੈ। ਉਹਨੇ ਜਿਸ ਭਾਵਨਾ ਜੀਵ ਨੂੰ ਵੇਖਿਆ, ਉਹੀ ਭਾਵਨਾ ਉਹਦੇ ਅੰਦਰ ਆ ਜਾਂਦੀ ਹੈ, ਉਸ ਤਰ੍ਹਾਂ ਹੋ ਜਾਂਦਾ। ਆਪੇ ਆਪ ਪ੍ਰਭ ਸੋਏ। परमात्मा अपने आप तो है, आप ही सब कुछ करने वाला है। जो किछ कीनो सो अपना रंग। रंग मैंने मौज। परमात्मा ने जो किया अपनी मौज चाके किया। उन्हें साढ़े वर्गों तो किसी तो सलाह नहीं ली हुई। वो जो करता अपनी मर्जी नाल करता। ਸਲਾਹ ਹਮੇਸ਼ਾ ਉਸ ਤੋਂ ਲਈ ਜਾਂਦੀ ਹੈ ਜਿਹੜਾ ਆਪਣੇ ਤੋਂ ਸਿਆਣਾ ਹੋਵੇ। ਜਿਹੜਾ ਆਪਣੇ ਤੋਂ ਸਿਆਣਾ ਹੋਵੇ, ਆਪਾਂ ਉਸ ਤੋਂ ਸਲਾਹ ਲੈਂਦੇ ਵੀ ਮੇਰਾ ਆਹ ਵਿਚਾਰ ਹੈ ਜੀ, ਤੁਹਾਡਾ ਕੀ ਖਿਆਲ ਹੈ, ਤੁਸੀਂ ਕੀ ਸਲਾਹ ਦਿੰਦੇ ਹੋ। ਪਰਮਾਤਮਾ ਪੁੱਛ ਨਾ ਕਰੇ ਵਿਚਾਰ, ਉਹ ਤਾਂ ਕਿਸੇ ਤੋਂ ਪੁੱਛਦੇ ਨਹੀਂ ਹੈਗਾ, ਕਿਉਂਕਿ ਸਾਰੀ ਸਿਆਣਪ ਤਾਂ ਸਾਨੂੰ ਉਹਦੇ ਤੋਂ ਪ੍ਰਾਪਤ ਹੋਈ ਹੈ। ਜਿਹੜੀ ਸਾਡੇ ਕੋਲ ਇਸ ਵੇਲੇ ਸਿਆਣਪ ਜਿੰਨੀ ਵੀ ਥੋੜ੍ਹੀ ਬਹੁਤੀ ਹੈ ਨਾ, ਇਹ ਤਾਂ ਪਰਮਾਤਮਾ ਤੋਂ ਪ੍ਰਾਪਤ ਹੋਈ ਹੈ। ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸਾਰੀ ਸਿਆਣਪ ਹੈ। ਜੇ ਕੋਈ ਤੁਹਾਨੂੰ ਬਹੁਤ ਸਿਆਣਾ ਬੰਦਾ ਵਿਖਾਈ ਦੇ ਰਿਹਾ ਨਾ, ਇਹਦਾ ਮਤਲਬ ਪਿਛਲੇ ਜਨਮ ਵਿੱਚ ਨਾਮ ਜਪਿਆ ਸੀ, ਨਾਮ ਕਾਰਨ ਉਹ ਸਿਆਣਾ ਹੋ ਗਿਆ। ਜੋ ਪਰਮਾਤਮਾ ਦੇ ਵਿੱਚ ਹੈ, ਉਹਦੇ ਨਾਮ ਦੇ ਵਿੱਚ ਹੈ। ਪਰਮਾਤਮਾ ਸੰਸਾਰ 'ਚ ਸਭ ਤੋਂ ਵੱਧ ਅਕਲਮੰਦ ਹੈ, ਇਸ ਲਈ ਸਾਰੀ ਅਕਲ ਉਹਦੇ ਨਾਮ ਵਿੱਚ ਹੈ। ਜਿਉਂ ਤੁਸੀਂ ਨਾਮ ਜਪੀ ਜਾਓ, ਮੂਰਖ ਤੋਂ ਵੀ ਸਿਆਣੇ ਹੋਣੇ ਸ਼ੁਰੂ ਹੋ ਜਾਓਗੇ। ਸਾਰੀ ਅਮੀਰੀ ਪਰਮਾਤਮਾ ਕੋਲੇ ਹੈ। ਜਿਉਂ ਤੁਸੀਂ ਨਾਮ ਜੇ, ਤੁਹਾਡੀ ਗਰੀਬੀ ਦੂਰ ਹੋਣੀ ਸ਼ੁਰੂ ਹੋ ਜਾਏ, ਤੁਸੀਂ ਅਮੀਰ ਹੋਣੇ ਸ਼ੁਰੂ ਹੋ ਜਾਓਗੇ। ਸਾਰੀਆਂ ਤਾਕਤਾਂ ਪਰਮਾਤਮਾ ਕੋਲੇ ਨੇ। ਜਿਉਂ ਤੁਸੀਂ ਨਾਮ ਜਪੀ ਜਾਓਗੇ, ਅੰਦਰ ਤਾਕਤਵਰ ਹੁੰਦੇ ਜਾਓਗੇ। ਰੱਬ ਵਾਲੇ ਗੁਣ ਆਪਣੇ ਆਪ ਮਨੁੱਖ ਦੇ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਜਿਉਂ ਨਾਮ ਜਪਦਾ। ਇਸ ਲਈ ਨਾਮ ਜਪੀ ਜਾਂਦੇ। ਬਸ ਜੋ ਰੱਬੀ ਗੁਣ ਨੇ ਆਪਣੇ ਆਪ ਹੀ ਸਮੇਂ ਸਮੇਂ ਸਾਡੇ 'ਚ ਪ੍ਰਵੇਸ਼ ਕਰਦੇ ਜਾਣਾ, ਅਤੇ ਗੁਣਾਂ ਦੀ ਹੀ ਤੇ ਕਦਰ ਹੁੰਦੀ ਹੈ। ਆਦਰ ਮਾਣ ਸਤਿਕਾਰ ਗੁਣਾਂ ਦਾ ਹੁੰਦਾ ਹੈ, ਅਤੇ ਗੁਣ ਉਹਦੇ ਨਾਮ ਤੋਂ ਪੈਦਾ ਹੁੰਦੇ ਨੇ। ਹਾਂਜੀ, ਨਾਮ ਜਪੀ ਜਾਓ, ਤੁਸੀਂ ਆਪ ਸਮਾਂ ਪਾ ਕੇ ਆਪੇ ਹੀ ਗੁਣਵਾਨ ਹੋ ਜਾਓਗੇ। ਸੋ ਗੁਰੂ ਮਹਾਰਾਜ ਕਹਿੰਦੇ, ਜੋ ਕੁਝ ਕੀਨੋ ਸੋ ਆਪਣੇ ਰੰਗ। ਪਰਮਾਤਮਾ ਨੇ ਜੋ ਕੁਝ ਬਣਾਇਆ ਆਪਣੀ ਮੌਜ ਚਾ ਕੇ ਬਣਾਇਆ। ਸਭ ਤੇ ਦੂਰ ਸਭੂ ਕੈ ਸੰਗ। ਪਰਮਾਤਮਾ ਸਾਰੇ ਤੋਂ ਦੂਰ ਵੀ ਹੈ, ਕਿਉਂਕਿ ਜੀ ਸੱਚਖੰਡ 'ਚ ਬੈਠਾ ਜੀ। ਸਭੂ ਕੈ ਸੰਗ, ਸਾਰੇ ਦੇ ਨਾਲ ਹੈ, ਕਿ ਪਰਮਾਤਮਾ ਸਭ ਦੇ ਅੰਦਰ ਬੈਠਾ ਹੋਇਆ ਹੈ। ਇਸ ਲਈ ਸਾਰਿਆਂ ਤੋਂ ਦੂਰ ਵੀ ਹੈ, ਕਿਉਂਕਿ ਨਿਰਲੇਪ ਹੈ। ਸਾਰਿਆਂ ਦੇ ਨਾਲ ਵੀ ਹੈ, ਕਿਉਂਕਿ ਸਭ ਦੇ ਵਿੱਚ ਬੈਠਾ ਹੋਇਆ ਹੈ। ਬੂਝੈ ਦੇਖੈ ਕਰੈ ਵਿਵੇਕ। ਪਰਮਾਤਮਾ ਸਮਝ ਰਿਹਾ। ਬੂਝੈ ਸਮਝਣਾ, ਉਹ ਸਾਨੂੰ ਸਮਝ ਰਿਹਾ ਹੈ। ਦੇਖੈ, ਉਹ ਸਾਨੂੰ ਵੇਖ ਰਿਹਾ ਹੈ। ਵਿਵੇਕ, ਉਹ ਫੈਸਲਾ ਕਰਦਾ ਹੈ ਠੀਕ ਕੀ ਹੈ, ਗਲਤ ਕੀ ਹੈ। ਸਾਡੇ ਤਾਂ ਵਿਵੇਕ ਬੁੱਧੀ ਨਹੀਂ। ਅੱਜ ਤਾਂ ਸ਼ਰਾਬ ਪੀਣ ਨੂੰ ਠੀਕ ਸਮਝ ਰਹੇ ਹਾਂ। ਪੀਣਾ ਕਿ ਠੀਕ ਹੈ, ਖਾਓ ਪੀ ਐਸ਼ ਕਰ, ਈਟ ਡਰਿੰਕ ਐਂਡ ਬੀ ਮੈਰੀ। ਉਹ ਤਾਂ ਇਹ ਸਮਝ ਰਿਹਾ ਹੈ, ਕਿਉਂਕਿ ਉਹਦੇ ਅੰਦਰ ਵਿਵੇਕ ਬੁੱਧ ਨਹੀਂ ਹੈ।
ਤੁਹਾਡੇ 'ਚ ਕਿਉਂਕਿ ਵਿਵੇਕ ਬੁੱਧ ਆ ਗਏ, ਤੁਸੀਂ ਪੀਂਦੇ ਸੀ ਛੱਡਤੀ ਹੈ। ਜਿਉਂ ਹੀ ਵਿਵੇਕ ਬੁੱਧ ਆਈ ਪਤਾ ਲੱਗ ਗਿਆ ਨਹੀਂ ਪੀਣੀ ਨਹੀਂ ਚਾਹੀਦੀ, ਛੱਡਤੀ। ਸਤ ਸੰਗ 'ਚ ਆ ਕੇ, ਬਾਣੀ ਪੜ੍ਹ ਕੇ, ਨਾਮ ਜਪ ਕੇ ਅੰਦਰ ਵਿਵੇਕ ਬੁੱਧ ਪੈਦਾ ਹੁੰਦੀ ਹੈ ਵੀ ਕੀ ਠੀਕ ਹੈ ਅਤੇ ਕੀ ਗਲਤ ਹੈ। ਪਹਿਲਾਂ ਇਹ ਗਿਆਨ ਹੁੰਦਾ ਹੈ। ਕਈ ਵਾਰੀ ਗਿਆਨ ਹੋ ਜਾਂਦਾ ਹੈ ਕਿ ਆਹ ਗਲਤ ਹੈ। ਗਿਆਨ ਹੋਣ ਦੇ ਬਾਵਜੂਦ ਵੀ ਬੰਦਾ ਕਈ ਸਮਾਂ ਗਲਤ ਕੰਮ ਕਰਦਾ ਰਹਿੰਦਾ ਹੈ। ਮੈਂ ਦੇਖਿਆ ਕਿਉਂ? ਸੰਸਕਾਰ ਬੜੇ ਡੂੰਘੇ ਹੋਣ ਕਰਕੇ ਪਿਛਲੇ ਜਨਮਾਂ ਦੇ। ਪਿਛਲੇ ਜਨਮ ਕੋਈ ਸਾਰੀ ਉਮਰ ਚੋਰੀ ਕਰਦੇ ਰਹੇ, ਇੱਥੇ ਚਾਹੇ ਉਹਨੂੰ ਗੁਰਦੁਆਰੇ 'ਚ ਲਾ ਦਿਓ, ਇੱਥੇ ਵੀ ਚੋਰੀ ਕਰੂਗਾ। ਆਦਤ ਪਈ ਨਾ ਚੋਰੀ ਦੀ, ਸੰਸਕਾਰ ਨਾਲ ਆ ਗਏ ਨੇ। ਇਹ ਨਹੀਂ ਕਿ ਗੁਰਦੁਆਰੇ ਆ ਕੇ ਤਾਂ ਚੋਰੀ ਨਹੀਂ ਕਰੇਗਾ। ਹਾਂਜੀ, ਕਦੇ ਜੁੱਤੀ ਚੱਕ ਲਈ, ਕਦੇ ਚੱਪਲਾਂ ਚੱਕ ਲਈ, ਹੋਰ ਨਹੀਂ ਮੌਕਾ ਮਿਲੇ ਤਾਂ ਆਪਣੇ ਗੋਲਕ 'ਚੋਂ ਕੱਢ ਲਏ ਪੈਸੇ, ਨਹੀਂ ਤਾਂ ਗਿਣਦੇ ਹੋਏ 500 ਦਾ 2000 ਦਾ ਨੋਟ ਰੱਖ ਲਏ। ਕਿਉਂਕਿ ਚੋਰੀ ਸੰਸਕਾਰ ਚੋਰੀ ਵਾਲੇ ਨੇ, ਉਹ ਤਾਂ ਬੜੀ ਦੇਰ ਜਾ ਕੇ ਮਿਟਣਗੇ। ਇਹ ਨਾਮ ਜਪ ਜਪ ਕੇ ਹੀ ਜਿੰਨੀ ਅੰਦਰ ਕੂੜ ਕਬਾੜ ਸਾਰਾ ਹੈ ਉਹ ਫਿਰ ਖਤਮ ਹੋਣਾ ਹੈ। ਕਹਿੰਦੇ ਤੀਲਿਆਂ ਰਲ ਕੇ ਬੋਕਰ ਬਣਨਾ। ਝਾੜੂ ਜਿਹਨੂੰ ਕਹਿੰਦੇ ਨੇ, ਪਾਕਿਸਤਾਨ ਝਾੜੂ ਨੂੰ ਬੋਕਰ ਕੇ ਕਹਦੇ। ਤੀਲਿਆਂ ਰਲ ਕੇ ਬੋਕਰ ਬਣਨਾ, ਹੂੰਜ ਦੇਣਾ ਕੱਖ ਕੰਡੜਾ ਹੋ। ਕੱਖ ਕੰਡੇ ਸਭ ਹੂੰਜ ਦੇ ਬੋਕਰ ਬਣਨੀ। ਨਾਮ ਜਪੀ ਜੋ ਜਪੀ ਜੋ ਜਪੀ ਜੋ ਜਪੀ ਜੋ, ਐਂ ਸੋਚੋ ਤੀਲਾ 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 ਇਕੱਠਾ ਕੇ ਝਾੜੂ ਹੋ ਜਾਣਾ, ਅਤੇ ਜਿੱਦੇ ਅੰਦਰ ਝਾੜੂ ਫਿਰ ਤੇ ਸਭ ਸਫਾਈ ਹੋ ਜਾਣੀ। ਚਲੋ ਸਿੰਪਲ ਤੇ ਝਾੜੂ ਵਾਲਿਆਂ ਨੇ ਬੜਾ ਵਧੀਆ ਲਿਆ ਹੈ। ਇਹ ਬਾਹਰੋਂ ਕਰਦੇ ਕਿ ਅੰਦਰੋਂ ਕਰਦੇ ਤਾਂ ਅੱਲਾ ਜਾਣੇ। ਹੁਣ ਸਮਾਂ ਪਾ ਕੇ ਬਾਹਰੋਂ ਤਾਂ ਸਾਰਿਆਂ ਨੂੰ ਗਿਆਨ ਹੈ ਕਿ ਬਾਹਰਲਾ ਝਾੜੂ ਬਾਹਰਲੀ ਸਫਾਈ ਕਰਦਾ ਹੈ। ਅੰਦਰ ਕਿਹੜਾ ਝਾੜੂ ਹੈ? ਅੰਦਰ ਨਾਮ ਰੂਪੀ ਝਾੜੂ ਹੈ, ਅੰਦਰ ਬਾਣੀ ਝਾੜੂ ਹੈ, ਉਹਨੇ ਅੰਦਰੋਂ ਸਾਫ਼ ਕਰਨਾ ਹੈ। ਆਪੈ ਏਕ ਆਪੈ ਅਨੇਕ। ਪਰਮਾਤਮਾ ਇੱਕ ਵੀ ਹੈ ਅਤੇ ਅਨੇਕ ਵੀ ਹੈ। ਜਦੋਂ ਨਿਰੰਕਾਰ ਹੈ ਉਹ ਇੱਕ ਹੈ, ਜਦੋਂ ਓਅੰਕਾਰ ਹੈ ਫਿਰ ਉਹ ਅਨੇਕ ਹੈ। ਉਹ ਓਅੰਕਾਰ ਹੈ, ਉਹ ਅਨੇਕ ਹੈ। ਹਰ ਇੱਕ ਜੀਵ ਦੇ ਵਿੱਚ ਬੈਠਾ ਹੈ, ਇਸ ਲਈ ਅਨੇਕ ਹੈ। ਮਰੈ ਨਾ ਬਿਨਸੈ ਆਵੈ ਨਾ ਜਾਏ। ਨਾ ਰੱਬ ਮਰਦਾ ਨਾ ਬਿਨਸਦਾ ਹੈ, ਨਾ ਆਉਂਦਾ ਨਾ ਜਾਂਦਾ ਹੈ। ਭਾਵ ਜੰਮਣ ਮਰਨ ਤੋਂ ਰਹਿਤ ਹੈ। ਨਾਨਕ ਸਦ ਹੀ ਰਿਹਾ ਸਮਾਏ। ਉਹ ਤਾਂ ਸਦਾ ਹੀ ਸਾਰ ਦੇ ਵਿੱਚ ਸਮਾਇਆ ਹੋਇਆ ਹੈ। ਇਸ ਲਈ ਉਹ ਆਉਂਦਾ ਜਾਂਦਾ ਨਹੀਂ। ਇਹ ਨਹੀਂ ਵੀ ਹੁਣ ਚਲਿਆ ਗਿਆ ਅਤੇ ਹੁਣ ਕਿਸੇ 'ਚ ਰਿਹਾ ਹੀ ਨਹੀਂ। ਉਹ ਤਾਂ ਸਦਾ ਹੀ ਹੈ, ਸਭ ਦੇ ਵਿੱਚ ਸਮਾਇਆ ਹੋਇਆ ਹੈ। ਆਪ ਉਪਦੇਸੈ ਸਮਝੈ ਆਪ। ਉਹ ਆਪ ਹੀ ਉਪਦੇਸ਼ ਦਿੰਦਾ ਹੈ ਅਤੇ ਜੀਵ ਦੇ ਵਿੱਚ ਬੈਠ ਕੇ ਆਪ ਹੀ ਉਹਨੂੰ ਸਮਝਦਾ ਹੈ। ਜੀਵ ਵਿੱਚ ਬੈਠ ਕੇ ਉਪਦੇਸ਼ ਕਰਦਾ ਹੈ, ਜੀਵ ਦੇ ਵਿੱਚ ਬੈਠ ਕੇ ਉਸ ਉਪਦੇਸ਼ ਨੂੰ ਸਮਝਦਾ ਹੈ। ਧਰਮ ਦੀਆਂ ਕਈ ਵਾਰੀ ਗੱਲਾਂ ਬੜੀਆਂ ਕਿੰਨੀ ਕਿੰਨੀ ਦੇਰ ਉਲਝਾਈ ਰੱਖਦੀਆਂ ਨੇ ਬੰਦੇ ਨੂੰ। ਕਾਫੀ ਮਿਹਨਤ ਤੋਂ ਬਾਅਦ ਜਾ ਕੇ ਫਿਰ ਸਮਝ ਆਉਂਦੀ ਹੈ। ਹਾਂ, ਅਤੇ ਬਹੁਤ ਦੇਰ ਲੱਗ ਜਾਂਦੀ ਸਮਝਣ 'ਤੇ। ਵੀ ਸਮਝਾ ਵੀ ਉਹੀ ਰਿਹਾ ਅਤੇ ਸਾਡੇ 'ਚ ਬੈਠਾ ਸਮਝ ਵੀ ਉਹੀ ਰਿਹਾ। ਆਪ ਉਪਦੇਸ਼ ਸਮਝੇ ਆਪ। ਆਪੇ ਰਚਿਆ ਸਭ ਕੇ ਸਾਥ। ਕਿਉਂਕਿ ਸਾਰੇ ਦੇ ਨਾਲ ਰਚਿਆ ਮਿਚਿਆ ਉਹ ਰਚਿਆ ਮਿਚਿਆ ਹੈ। ਜਿਵੇਂ ਪਹਿਲਾਂ ਤੁਸੀਂ ਆਪਣੀ ਧੀ ਵਿਆਹੀ, ਬਿਲਕੁਲ ਓਪਰਾ ਘਰ ਸੀ। ਹੌਲੀ ਹੌਲੀ ਜੋ ਉਹਨੂੰ ਉੱਥੇ ਪਿਆਰ, ਹੌਲੀ ਰਚ ਮਿਚ ਜਾਂਦੀ ਫਿਰ ਘਰ ਦੇ ਜੀਆਂ 'ਚ। ਫਿਰ ਉਹਦਾ ਜੀਅ ਲੱਗਣਾ ਹੌਲੀ ਹੌਲੀ ਸ਼ੁਰੂ ਕਰ ਦਿੰਦਾ ਹੈ। ਪਹਿਲਾਂ ਦਿਨ 'ਚ 2-3 ਵਾਰੀ ਮਾਂ ਪਿਓ ਨੂੰ ਟੈਲੀਫੋਨ ਕਰਦੀ ਹੈ। 15-20 ਦਿਨਾਂ ਬਾਅਦ ਫਿਰ 2 ਵਾਰੀ ਕਰਦੀ ਹੈ। ਫਿਰ ਹੋਰ ਰਚ ਮਿਚ ਗਈ, ਫਿਰ ਦਿਨ 'ਚ 1-ਅੱਧੀ ਵਾਰੀ ਕਰਦੀ ਹੈ। ਫਿਰ ਹੋਰ ਰਚ ਮਿਚ ਗਈ, ਫਿਰ 2-3 ਦਿਨਾਂ ਬਾਅਦ ਕਰਦੀ ਹੈ। ਇਹ ਪਰਮਾਤਮਾ ਸਾਰਿਆਂ ਦੇ ਵਿੱਚ ਰਚਿਆ ਮਿਚਿਆ ਹੈ।
ਆਪ ਕੀਨੋ ਆਪਣ ਵਿਸਥਾਰ, ਪਰਮਾਤਮਾ ਨੇ ਆਪਣਾ ਵਿਸਥਾਰ ਆਪ ਹੀ ਕੀਤਾ ਹੈ। ਦੇਖਣ ਨੂੰ ਧਰਮ ਕਹਿੰਦੇ ਪਰਮਾਤਮਾ ਨੇ ਸਭ ਕੁਝ ਬਣਾਇਆ ਹੈ। ਧਰਮ ਦੂਜੇ ਪਾਸੇ ਕਹਿੰਦਾ ਨਹੀਂ, ਉਹਨੇ ਬਣਾਇਆ ਨਹੀਂ, ਇਹ ਉਸੇ ਦਾ ਹੀ ਵਿਸਥਾਰ ਹੈ। ਛੋਟੇ ਹੁੰਦੇ ਸਾਇੰਸ ਵਾਲੇ ਪੜ੍ਹਾਉਂਦੇ ਸੀ ਵੀ ਦਰਖਤ ਦੇ ਦੱਸੋ ਜੀ ਕਿੰਨੇ ਹਿੱਸੇ ਨੇ। ਇੱਕ ਜੜ ਹੈ, ਦੂਜਾ ਤਣਾ ਹੈ, ਤੀਜੀਆਂ ਟਹਿਣੀਆਂ ਹਨ, ਚੌਥੇ ਫੁੱਲ ਨੇ, ਪੰਜਵਾਂ ਫਲ ਹੈ, ਇਸ ਤਰ੍ਹਾਂ। ਪਰ ਹੈ ਤੇ ਦਰਖਤ ਹੀ ਨਾ, ਹੈ ਤੇ ਦਰਖਤ। ਇੱਕੋ ਬੀਜ ਦਾ ਹੀ ਸਾਰਾ ਵਿਸਥਾਰ ਹੈ। ਦੇਖਣ ਨੂੰ ਫੁੱਲ ਅੱਡ ਨੇ, ਫਲ ਅੱਡ ਨੇ, ਟਹਿਣੀਆਂ ਅੱਡ ਨੇ, ਪੱਤੇ ਅੱਡ ਨੇ, ਤਣਾ ਅੱਡ ਹੈ, ਜੜ ਅੱਡ ਹੈ, ਪਰ ਹੈ ਤੇ ਇੱਕੋ ਬੀਜ ਤੋਂ ਹੀ ਨਾ। ਬੀਜ ਤਾਂ ਇੱਕੋ ਹੈ ਨਾ। ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਦਾ ਹੀ ਵਿਸਥਾਰ ਹੈ। ਉਹਨੇ ਵਿਸਥਾਰ ਕੀਤਾ ਹੈ। ਆਪ ਕੀਨੋ ਆਪਣ ਵਿਸਥਾਰ, ਆਪਣਾ ਵਿਸਥਾਰ ਆਪ ਕੀਤਾ ਹੈ। ਸਭ ਕੁਛ ਉਸਕਾ, ਉਹ ਕਰਨਾ ਹੈ। ਸਾਰਾ ਕੁਝ ਉਹਦਾ ਹੈ ਤੇ ਉਹੀ ਕਰਨ ਵਾਲਾ ਹੈ। ਉਸ ਤੇ ਭਿੰਨ ਕਹੋ ਕਿਛ ਹੋਏ, ਕਹਿ ਦੱਸੋ ਉਸ ਤੋਂ ਅਲੱਗ ਕੁਝ ਹੋ ਸਕਦਾ? ਭਾਵ ਉਸ ਤੋਂ ਅਲੱਗ ਕੁਛ ਨਹੀਂ ਹੋ ਸਕਦਾ। ਥਾਨ ਸਰੰਤਰ ਏਕ ਹੈ ਸੋਏ, ਕਿਉਂਕਿ ਉਹ ਤਾਂ ਸਭ ਥਾਵਾਂ 'ਤੇ ਹੈ। ਉਹ ਤਾਂ ਸਭ ਥਾਵਾਂ 'ਤੇ ਹੈ, ਇਸ ਲਈ ਉਸ ਤੋਂ ਅੱਡ ਕਿਵੇਂ ਹੋ ਸਕਦੇ ਹੋ ਤੁਸੀਂ? ਪਰਾ ਜਾਓ ਉੱਥੇ ਵੀ ਉਹ ਹੈ, ਕਿਤੇ ਚਲੇ ਜਾਓ ਉਹ ਵਿੱਚ ਬੈਠਾ ਹੈ, ਉਸ ਤੋਂ ਅੱਡ ਨਹੀਂ ਹੋਇਆ ਜਾ ਸਕਦਾ ਹੈ। ਉਸ ਤੋਂ ਭਿੰਨ ਕੁਝ ਵੀ ਨਹੀਂ ਹੋ ਸਕਦਾ। ਉਹ ਸਭ ਥਾਵਾਂ 'ਤੇ ਪਰਮਾਤਮਾ ਵਸਦਾ ਹੈ। ਆਪਣੇ ਚਲਿਤ, ਪੂਰਾ ਸ਼ਬਦ ਹੈ ਚਲਿੱਤਰ, ਕੌਤਕ। ਆਪਣੇ ਚਲਿਤ ਆਪ ਕਰਨਾ ਹੈ। ਪਰਮਾਤਮਾ ਆਪ ਹੀ ਆਪਣੇ ਕੌਤਕ ਕਰਨ ਵਾਲਾ ਹੈ। ਆ ਸਾਰੀ ਸ੍ਰਿਸ਼ਟੀ ਬਣਾਉਣਾ, ਜੀਵ ਜੰਤੂ ਬਣਾਉਣੇ, ਸਭ ਉਹਦੇ ਚਰਿੱਤਰ ਹੈ, ਉਹਦੇ ਕੌਤਕ ਹਨ। ਕੌਤਕ ਕਰੇ ਰੰਗ ਅਪਾਰ, ਰੰਗ ਮਨੇ ਕਿਸਮ, ਅਪਾਰ ਮਨੇ ਬੇਅੰਤ। ਉਹ ਬੇਅੰਤ ਪ੍ਰਕਾਰ ਦੇ ਕੌਤਕ ਕਰਦਾ ਹੈ। ਕਦੇ ਕੁਛ ਬਣਾਉਂਦਾ, ਕਦੇ ਕੁਛ ਬਣਾਉਂਦਾ, ਕਦੇ ਕੁਝ ਕਰ ਦਿੰਦਾ, ਕਦੇ ਕੁਝ ਕਰ ਦਿੰਦਾ। ਮਨ ਮੈਂ ਆਪ, ਮਨ ਆਪਣੇ ਮਾਹੀ। ਮਨ, ਸਾਰੇ ਸੰਸਾਰ ਜਿੰਨੇ ਮਨ ਨੇ ਉਹ ਪਰਮਾਤਮਾ ਦੇ ਵਿੱਚ ਨੇ, ਅਤੇ ਪਰਮਾਤਮਾ ਸਾਰੇ ਮਨਾਂ ਦੇ ਵਿੱਚ ਹੈ। ਅਸੀਂ ਪਰਮਾਤਮਾ ਵਿੱਚ ਹਾਂ, ਪਰਮਾਤਮਾ ਸਾਡੇ ਵਿੱਚ ਹੈ। ਨਾਨਕ ਕੀਮਤ ਕਹਿਣ ਨਾ ਜਾਏ। ਗੁਰੂ ਮਹਾਰਾਜ ਕਹਿੰਦੇ ਉਹਦੀ ਕੀਮਤ ਵਰਣਨ ਹੀ ਨਹੀਂ ਕੀਤੀ ਜਾ ਸਕਦੀ। ਭਾਵ ਉਹਦੀ ਵਡਿਆਈ ਦਾ ਵਰਣਨ ਹੀ ਨਹੀਂ ਹੋ ਸਕਦਾ। ਕਿਤੇ ਕੀਮਤ ਕੋਈ 100 ਰੁਪਏ 200 ਰੁਪਏ ਨਹੀਂ। ਭਾਵ ਉਹਦੀ ਮਹਾਨਤਾ, ਉਹਦੀ ਗ੍ਰੇਟਨੈਸ ਜਿਹੜੀ ਹੈ ਉਹ ਨਹੀਂ ਵਰਣਨ ਕੀਤੀ ਜਾ ਸਕਦੀ। ਸਤ 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 ਪ੍ਰਭ ਸੁਆਮੀ, ਇਹ 3 ਵਾਰੀ ਸਤ ਸਤ ਸਤ। ਪਹਿਲਾਂ 2 ਵਾਰੀ ਅੱਡ ਅੱਡ ਪੜ੍ਹਨਾ, ਸਤ ਸਤ, ਫਿਰ ਪੜ੍ਹਨਾ ਸਤ ਪ੍ਰਭ ਸੁਆਮੀ, ਫਿਰ ਉਹ ਇਕੱਠਾ ਪੜ੍ਹਨਾ। ਪਰਮਾਤਮਾ ਜੋ ਸੁਆਮੀ ਹੈ, ਜੋ ਮਾਲਿਕ ਹੈ, ਉਹ ਸਤ ਹੈ, ਉਹ ਸਤ ਹੈ, ਉਹ ਸਤ ਹੈ। ਭਾਵ ਸਦਾ ਰਹਿਣ ਵਾਲਾ ਹੈ, ਸਦਾ ਰਹਿਣ ਵਾਲਾ ਹੈ, ਸਦਾ ਰਹਿਣ ਵਾਲਾ ਹੈ। ਤਾਂ ਇਹ ਕਹਿੰਦੇ ਟਰੂਥ ਇਜ਼ ਐਵਰਗ੍ਰੀਨ। ਸੱਚ ਸਦਾ ਹੀ ਹਰਾ ਹੈ, ਸਤ ਸਦਾ ਹੀ ਹਰਾ ਹੈ। ਬਾਈਬਲ ਕਹਿੰਦੇ ਟਰੂਥ ਇਜ਼ ਐਵਰਗ੍ਰੀਨ, ਜਿਹਨੂੰ ਆਮ ਲੋਕ ਟਰੁੱਥ ਕਹਿੰਦੇ ਨੇ। ਟਰੂਥ ਇਜ਼ ਐਵਰਗ੍ਰੀਨ, ਸੱਚ ਸਦਾ ਹੀ ਹਰਾ ਹੁੰਦਾ ਹੈ। ਤਾਂ ਇਹ ਕਿ ਨਵ ਤਨ, ਗੁਰਬਾਣੀ ਕਹਿੰਦੇ ਪਰਮਾਤਮਾ ਨਵ ਤਨ ਹੈ, ਸਦਾ ਹੀ ਨਵਾਂ, ਉਹ ਪੁਰਾਣਾ ਨਹੀਂ ਹੁੰਦਾ। ਸਦਾ ਹੀ ਬਾਲਾ ਹੈ, ਉਹ ਸਦਾ ਹੀ ਜਵਾਨ ਹੈ, ਬੁੱਢਾ ਨਹੀਂ ਹੁੰਦਾ। ਇਸ ਲਈ ਗੁਰੂ ਮਹਾਰਾਜ ਸਤ 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 ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੇ ਵਖਿਆ ਨਹੀਂ। ਪਰ ਇਹ ਗੱਲ ਵੀ ਕਿਸੇ ਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਕਹੀ ਹੈ। ਹਰ ਇੱਕ ਨੂੰ ਤਾਂ ਪਤਾ ਨਹੀਂ, ਆਪਾਂ ਨੂੰ ਤਾਂ ਪੜ੍ਹ ਪੜ੍ਹ ਕੇ ਪਤਾ ਲੱਗਿਆ। ਆਪਾਂ ਨੂੰ ਤਾਂ ਪੜ੍ਹ ਪੜ੍ਹ ਕੇ ਪਤਾ ਲੱਗਿਆ ਪਰਮਾਤਮਾ ਸਤ ਹੈ, ਜੋ ਸੱਚ ਹੋਏ। ਜੇ ਮੁਰਦਾ ਲਈ ਜਾਂਦੇ ਨੇ ਫਿਰ ਮਰ ਕੇ ਰਾਮ ਨਾਮ ਸਤ ਹੈ, ਰਾਮ ਨਾਮ ਸਤ ਹੈ। ਦੁਕਾਨ 'ਤੇ ਬਹਿ ਕੇ ਰਾਮ ਨਾਮ ਝੂਠ ਹੈ, ਰਾਮ ਨਾਮ ਝੂਠ ਹੈ।
ਉਹ ਸੱਤ ਕਿਉਂ ਹੈ? ਮੌਤ ਦਿਸ ਰਹੀ ਸਾਹਮਣੇ, ਮੌਤ ਨੂੰ ਮੋਢਿਆਂ 'ਤੇ ਚੱਕੀ ਲਈ ਜਾ ਰਹੇ ਨੇ, ਇਸ ਲਈ ਹਾਂ ਰੱਬ ਹੀ ਯਾਦ ਹੁੰਦਾ। ਡਰਦੀ ਨਹੀਂ ਮੈਂ ਰੱਬ ਰੱਬ ਕਰਦੀ ਹਾਂ, ਮੌਤ ਚੱਕੀ ਜਾ ਰਿਹਾ ਸਾਹਮਣੇ, ਇਸ ਲਈ ਸੱਤ ਹੈ। ਬਸ ਮੜੀ ਤੋਂ ਬਾਹਰ ਨਿਕਲੇ ਸਭ ਝੂਠ ਹੈ। ਸੋ ਇਸ ਲਈ ਕਹਿੰਦੇ ਪਰਮਾਤਮਾ ਸਵਾਮੀ ਜੋ ਪਰਮਾਤਮਾ ਹੈ, ਮਾਲਕ ਹੈ, ਉਹ ਸਤ ਹੈ, ਸਦਾ ਰਹਿਣ ਵਾਲਾ ਹੈ। ਪਰ ਇਹ ਗੱਲ ਵੀ ਕਿਸੇ ਨੇ ਹੀ ਗੁਰੂ ਦੀ ਕਿਰਪਾ ਨਾਲ ਕਹੀ ਹੈ। ਸੱਚ 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 ਸਭ ਕਹਿਣਾ। ਪਰਮਾਤਮਾ ਨੇ ਜੋ ਬਣਾਇਆ ਉਹ ਸੱਚ ਹੈ, ਉਹ ਸੱਚ ਹੈ ਜੋ ਬਣਾਇਆ ਹੈ, ਕਿਉਂਕਿ ਸੱਚ ਤੋਂ ਸੱਚ ਹੀ ਬਣ ਸਕਦਾ ਹੈ। ਝੂਠੇ ਤੋਂ ਸੱਚ ਨਹੀਂ ਬਣ ਸਕਦਾ, ਝੂਠੇ ਤੋਂ ਝੂਠ ਪੈਦਾ ਹੋਏਗਾ, ਸੱਚ ਤੋਂ ਸੱਚ ਹੀ ਪੈਦਾ ਹੋਏਗਾ। ਕੋਟ ਮਦੇ ਕਿਨੇ ਬਿਰਲਾ ਚੀਨਾ, ਕੋਟ ਕਰੋੜਾਂ ਮਦੇ ਵਿੱਚੋਂ ਕਿਨੇ ਕਿਸੇ ਵਿਰਲੇ ਟਾਵੇਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਜੋ ਪਰਮਾਤਮਾ ਨੇ ਕੀਤਾ ਸਭ ਸੱਚ ਹੈ, ਜੋ ਕੀਤਾ ਜੋ ਬਣਾਇਆ ਸਭ ਸੱਚ ਹੈ। ਪਰ ਕਹਿੰਦੇ ਕਰੋੜਾਂ 'ਚ ਕਿਸੇ ਵਿਰਲੇ ਟਾਵੇਂ ਨੂੰ ਇਸ ਗੱਲ ਦਾ ਪਤਾ ਜੀਨਾ ਜਾਣ ਲਿਆ ਹੈ, ਮਹਿਸੂਸ ਕਰ ਲਿਆ ਇਸ ਗੱਲ ਨੂੰ। ਭਲਾ 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 ਤੇਰਾ ਰੂਪ ਹੈ ਪਰਮਾਤਮਾ, ਤੇਰਾ ਰੂਪ ਬਹੁਤ ਸੋਹਣਾ ਹੈ, ਬਹੁਤ ਸੋਹਣਾ ਹੈ, ਬਹੁਤ ਸੋਹਣਾ ਹੈ। ਅਤ ਸੁੰਦਰ ਅਪਾਰ ਅਨੂਪ ਹੈ ਪਰਮਾਤਮਾ, ਤੇਰਾ ਰੂਪ ਅਤੀ ਸੁੰਦਰ ਹੈ। ਸਤਿਅਮ ਸ਼ਿਵਮ ਸੁੰਦਰਮ, ਸਤ ਜਿਹੜਾ ਹੈ ਸ਼ਿਵਮ ਹੈ, ਗਿਆਨ ਹੈ, ਸਤ ਸੁੰਦਰ ਹੈ। ਸਤਿਅਮ ਸ਼ਿਵਮ ਸੁੰਦਰਮ ਇੱਕ ਫਿਲਮ ਵੀ ਆਈ ਸੀ ਜਿਹਦਾ ਇਹ ਨਾਂ ਸੀ। ਸੋ ਕਹਿੰਦੇ ਹੇ ਪਰਮਾਤਮਾ ਤੂੰ ਅਤੀ ਸੁੰਦਰ ਹੈ, ਅਪਾਰ ਤੂੰ ਬੇਅੰਤ ਸੁੰਦਰ ਹੈ। ਅਨੂਪ ਹੁੰਦਾ ਜਿਹਦੇ ਵਰਗਾ ਹੋਰ ਕੋਈ ਨਾ ਹੋਵੇ, ਜਿਹਦੀ ਉਪਮਾ ਹੀ ਨਾ ਕੀਤੀ ਜਾ ਸਕੇ। ਉਪਮਾ ਅਲੰਕਾਰ ਹੁੰਦਾ ਹੈ। ਇੰਨਾ ਚਿੱਟਾ ਜਿੰਨਾ ਦੁੱਧ, ਇਹ ਉਪਮਾ ਅਲੰਕਾਰ ਹੈ। ਦੁੱਧ ਨਾ ਉਪਮਾ ਦਿੱਤੀ ਚਿਟਾਈ ਦੀ, ਪਰ ਪਰਮਾਤਮਾ ਦੀ ਤਾਂ ਉਪਮਾ ਨਹੀਂ ਕੀਤੀ ਜਾ ਸਕਦੀ, ਉਹ ਤਾਂ ਅਨੂਪ ਹੈ, ਕਿਉਂਕਿ ਉਹਦੇ ਵਰਗਾ ਹੋਰ ਕੋਈ ਹੈ ਨਹੀਂ। ਕਈ ਕਹਿੰਦੇ ਜੇ ਪਰਮਾਤਮਾ ਤਾਂ ਦੱਸੋ ਕਿਹੋ ਜਿਹਾ। ਕਈ ਕਹਿੰਦੇ ਜੇ ਤੁਸੀਂ ਪਰਮਾਤਮਾ ਵੇਖਿਆ ਹੋਇਆ ਫਿਰ ਤੁਸੀਂ ਦੱਸਦੇ ਕਿਉਂ ਨਹੀਂ ਕਿਹੋ ਜਿਹਾ। ਦੱਸਣ ਲਈ ਜ਼ਰੂਰੀ ਹੈ ਕਿ ਉਹੋ ਜਿਹਾ ਸੰਸਾਰ 'ਚ ਕੋਈ ਹੋਰ ਹੋਵੇ। ਪਰਮਾਤਮਾ ਵਰਗਾ ਹੋਰ ਕੋਈ ਹੈ ਹੀ ਨਹੀਂ, ਫਿਰ ਕਿਵੇਂ ਦੱਸੇਗਾ? ਹੋਰ ਕਿਵੇਂ ਦੱਸ ਸਕਦਾ? ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ। ਦੱਸਣ ਲਈ ਉਦਾਹਰਨ ਦੇਣੀ ਪੈਂਦੀ, ਇਹ ਫਲਾਣੇ ਵਰਗਾ ਹੈ, ਅਤੇ ਰੱਬ ਵਰਗਾ ਹੋਰ ਕੋਈ ਹੈ ਹੀ ਨਹੀਂ। ਇਸ ਲਈ ਉਹਨੂੰ ਸ਼ਬਦਾਂ ਦੱਸੇ ਹੀ ਨਹੀਂ ਜਾ ਸਕਦਾ ਇਹੋ ਜਿਹਾ। ਦੱਸਣ ਲਈ ਕੋਈ ਉਦਾਹਰਨ ਹੋਣੀ ਚਾਹੀਦੀ, ਇਹੋ ਜਿਹਾ ਜੀ ਉਹ ਹੈ ਨਹੀਂ, ਇਸ ਲਈ ਉਹਦੇ ਬਾਰੇ ਕੁਝ ਦੱਸੇ ਨਹੀਂ ਜਾ ਸਕਦਾ। ਅਸਲ 'ਚ ਆਹ ਗੱਲ ਹੈ। ਦਰਸ਼ਨ ਤਾਂ ਕੀਤੇ ਹੁੰਦੇ ਨੇ, ਦਰਸ਼ਨਾਂ ਤੋਂ ਬਿਨਾਂ ਤਾਂ ਬ੍ਰਹਮ ਗਿਆਨੀ ਹੋ ਹੀ ਨਹੀਂ ਸਕਦਾ। ਜਿੰਨਾ ਬ੍ਰਹਮ ਨੂੰ ਮਿਲੇ ਹੀ ਨਹੀਂ, ਬ੍ਰਹਮ ਗਿਆਨੀ ਕਾਹਦਾ। ਅਸੀਂ ਤਾਂ ਗੁਰੂ ਦੇ ਗਿਆਨ ਨੂੰ ਰੱਟੇ ਲਾ ਲਏ, ਸਮਝ ਕੇ ਕਹਿ ਰਹੇ ਵੀ ਹਾਂ ਗਿਆਨ, ਇਹ ਸਾਡਾ ਆਪਣਾ ਗਿਆਨ ਨਹੀਂ ਹੈ, ਇਹ ਤਾਂ ਉਧਾਰਾ ਗਿਆਨ ਹੈ। ਆਪਣੇ ਗਿਆਨ ਨੂੰ ਕੋਈ ਰੱਟਾ ਨਹੀਂ ਲਾਉਣਾ ਪੈਂਦਾ, ਦੂਜੇ ਦੇ ਗਿਆਨ ਨੂੰ ਰੱਟਾ ਲਾਉਣਾ ਪੈਂਦਾ। ਕੋਈ ਬੱਚਾ ਮੇਰੇ ਤੋਂ ਪੁੱਛਦਾ ਜੀ ਅਫਰੀਕਾ ਬਾਰੇ ਦੱਸੋ, ਮੈਂ ਜੋ ਜੋਗਰਾਫੀ ਲਿਖਿਆ ਹੋਇਆ ਜੋ ਪੜ੍ਹਾਉਂਦਾ ਰਿਹਾ ਉਹ ਦੱਸ ਦਾਂਗਾ। ਪਰ ਨਹੀਂ, ਜੇ ਮੈਂ ਆਪ ਅਫਰੀਕਾ ਸਾਰਾ ਘੁੰਮਿਆ ਹੈ, ਮੈਨੂੰ ਕੋਈ ਕਿਤਾਬ ਪੜ੍ਹਨ ਦੀ ਲੋੜ ਨਹੀਂ, ਮੈਂ ਉਹ ਦੱਸਦਾ, ਕਿਉਂਕਿ ਮੇਰਾ ਆਪਣਾ ਗਿਆਨ ਹੈ, ਉਹ ਮੇਰਾ ਆਪਣਾ ਗਿਆਨ ਹੈ। ਬ੍ਰਹਮ ਗਿਆਨੀ ਦਾ ਆਪਣਾ ਗਿਆਨ ਹੁੰਦਾ ਹੈ। ਸਾਰਾ ਗਿਆਨ ਬ੍ਰਹਮ ਤੋਂ ਆਉਂਦਾ ਹੈ, ਅਤੇ ਜਦੋਂ ਬ੍ਰਹਮ ਨੂੰ ਹੀ ਮਿਲ ਗਿਆ ਹੈ ਤਾਂ ਉਹ ਰੱਬੀ ਗਿਆਨ ਉਹਦੇ ਕੋਲ ਪ੍ਰਾਪਤ ਹੋ ਜਾਂਦਾ ਹੈ। ਉਹਨੂੰ ਕੋਈ ਗ੍ਰੰਥ, ਕੋਈ ਕਿਤਾਬ ਪੜ੍ਹਨ ਦੀ ਲੋੜ ਨਹੀਂ ਹੁੰਦੀ। ਗੁਰੂ ਨਾਨਕ ਨਾ ਪੰਜਾਬੀ ਪੜ੍ਹੀ, ਨਾ ਹਿੰਦੀ ਪੜ੍ਹੀ, ਨਾ ਫਾਰਸੀ ਪੜ੍ਹੀ, ਨਾ ਅਰਬੀ ਪੜ੍ਹੀ। ਆਖਰਕਾਰ ਮੱਕੇ ਗਏ, ਉੱਥੇ ਤਾਂ ਅਰਬੀ ਬੋਲਦੇ ਸਨ, ਉੱਥੇ ਫਾਰਸੀ ਬੋਲਦੇ ਨਹੀਂ ਸੀ।
ਫਾਰਸੀ ਤਾਂ ਫਾਰਸ ਜਿਹੜਾ ਹੈ ਸਮੁੰਦਰ ਹੈ ਉਹਦੇ ਨਾਲ ਦੇ ਜਿਹੜੇ ਦੇਸ਼ ਸਨ ਪਰਸ਼ੀਅਨ ਕੰਟਰੀਜ਼ ਉਹ ਬੋਲਦੇ ਸੀ। ਮੱਕੇ ਵੱਲ ਤਾਂ ਅਰਬੀ ਬੋਲਦੇ ਸਨ। ਹਰ ਗੁਰੂ ਮਹਾਰਾਜ ਉੱਥੇ ਗੱਲਬਾਤ ਕੀਤੀ ਅਰਬੀ 'ਚ ਹੀ ਕੀਤੀ ਨਾ। ਜੋ ਪੰਜਾਬੀ 'ਚ ਕਰਦੇ ਉਹਨਾਂ ਨੂੰ ਕੀ ਪਤਾ ਕੀ ਕਰ ਰਿਹਾ। ਜੇ ਮੈਂ ਇੰਗਲੈਂਡ ਜਾਵਾਂ ਅਤੇ ਕਿਸੇ ਅੰਗਰੇਜ਼ ਨਾਲ ਮੈਂ ਗੱਲ ਕਰਨੀ ਤਾਂ ਮੈਨੂੰ ਅੰਗਰੇਜ਼ੀ 'ਚ ਗੱਲ ਕਰਨੀ ਪਏਗੀ ਨਾ। ਜਿਵੇਂ ਰਾਜਾ ਹੈ ਜਾਰਜ 6ਵਾਂ ਇੰਡੀਆ 'ਚ, ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਉਹਨੇ ਜਦੋਂ ਅਤਰ ਸਿੰਘ ਮਸਤਵਾਲੇ ਦੀ ਪਰਸਨੈਲਿਟੀ ਵੇਖੀ ਨਾ, ਉਹ ਇੰਨਾ ਪ੍ਰਭਾਵਿਤ ਹੋਇਆ ਕਿ ਉਹਨੇ ਆਪਣਾ ਟੋਪ ਲਾ ਕੇ ਜਿਵੇਂ ਸਲਾਮ ਕਰਦੇ ਨੇ, ਆਪਾਂ ਸਤਿਕਾਰ ਵਜੋਂ ਸਿਰ ਢੱਕ ਲੈਂਦੇ ਹਾਂ, ਅੰਗਰੇਜ਼ ਸਤਿਕਾਰ ਵਜੋਂ ਸਿਰ ਨੰਗਾ ਕਰ ਲੈਂਦੇ। ਕੋਲ ਮਹਾਰਾਜਾ ਪਟਿਆਲਾ ਬੈਠਾ ਸੀ। ਕਹਿੰਦੇ ਕੌਣ ਹੈ? ਕਹਿੰਦੇ ਜੀ ਸਾਡੇ ਸੇਂਟ ਨੇ, ਸੰਤ ਨੇ ਸਾਡੇ। ਸਭਾ ਜਦ ਸਾਰੀ ਮੁੱਕ ਗਈ, ਕਹਿੰਦਾ ਵੀ ਭੁਪਿੰਦਰ ਸਿੰਘ ਇਹਨੂੰ ਇੰਗਲੈਂਡ ਲੈ ਕੇ ਆ, ਮੈਂ ਆਪਣੇ ਪਰਿਵਾਰ ਨੂੰ ਦਰਸ਼ਨ ਕਰਾਉਣੇ ਨੇ। ਕਿਆ ਕਹਿੰਦਾ ਬਾਤ ਹੈ, ਕਿੰਨੀ ਇਸ ਬੰਦੇ ਦੀ ਕਮਾਈ ਹੈ। ਭੁਪਿੰਦਰ ਸਿੰਘ ਜੀ ਉਹਨਾਂ ਕੋਲ ਚਲੇ ਗਏ, ਮਹਾਰਾਜਾ ਭੁਪਿੰਦਰ ਸਿੰਘ, ਸੰਤ ਅਤਰ ਸਿੰਘ ਕੋਲ। ਅਤਰ ਸਿੰਘ ਜੀ ਕਹਿੰਦੇ ਦੇਖ ਭਰਾਵਾ, ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਠੀਕ ਹੈ, ਅਤੇ ਉਹ ਰਾਜੇ ਨੂੰ ਪੰਜਾਬੀ ਨਹੀਂ ਆਉਂਦੀ, ਗੱਲਬਾਤ ਤਾਂ ਕੋਈ ਹੋਣੀ ਨਹੀਂ ਹੈਗੀ। ਆ ਕੇ ਸਾਡਾ ਦੂਜੇ ਨੰਬਰ 'ਤੇ ਹੈਗਾ ਸੰਤ ਤੇਜਾ ਸਿੰਘ ਜੀ। ਇਹ ਕਦੇ ਕੁਆਲੀਫਾਈਡ ਬੰਦਾ ਹੈ, ਅੰਗਰੇਜ਼ੀ ਜਾਣਦਾ ਹੈ, ਇਹਨੂੰ ਲੈ ਜਾ, ਸਾਰਾ ਸਿੱਖ ਧਰਮ ਬਾਰੇ ਸਮਝਾਵੇਗਾ। ਫਿਰ ਸੰਤ ਤੇਜਾ ਸਿੰਘ ਨੂੰ ਭੇਜਿਆ ਸੀ। ਸੋ ਇੱਕ ਨਾਮ ਦੀ ਐਸੀ ਇੱਕ ਅਵਸਥਾ ਆ ਜਾਂਦੀ ਹੈ ਕਿ ਉਹ ਅੰਗ ਅੰਗ 'ਚੋਂ ਪ੍ਰਗਟ ਹੋਣ ਲੱਗ ਜਾਂਦੀ ਹੈ, ਅਤੇ ਜਦੋਂ ਉਹਦੇ ਦਰਸ਼ਨ ਬੰਦਾ ਕਰਦਾ ਪ੍ਰਭਾਵਿਤ ਹੋ ਜਾਂਦਾ ਹੈ। ਬਸ ਮੰਤਰ ਮੁਗਧ ਹੋ ਜਾਂਦਾ। ਇਹ ਨਹੀਂ ਕਿ ਉਹ ਕੋਈ ਸੋਹਣੇ ਸਨ ਬਹੁਤੇ ਜੀ, ਨਹੀਂ, ਹਾਂ, ਬਸ ਉਹ ਨੂਰ ਸੀ ਉਹਨਾਂ ਦੇ। ਹਾਂ, ਅੰਦਰ ਨਾਮ ਹੀ ਨਾਮ ਸੀ ਉਹਨਾਂ ਦੇ। ਹਾਂਜੀ, ਇਸ ਲਈ ਜਿਹੜਾ ਵੇਦ ਉਹੀ ਪ੍ਰਭਾਵਿਤ ਹੁੰਦੇ, ਲੋੜ ਹੀ ਨਹੀਂ ਸੀ ਸਿੱਖਿਆ ਦੇਣ ਦੀ, ਉਂਝ ਹੀ ਬੰਦੇ ਬਦਲਦੇ ਤੁਰੇ ਜਾਂਦੇ ਸਨ। ਹਾਂ, ਨਿਰਮਲ 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 ਤੇਰੀ ਬਾਣੀ ਹੈ ਪਰਮਲ, ਤੇਰੀ ਬਾਣੀ ਅਤੀ ਨਿਰਮਲ ਹੈ। ਘੱਟ ਘੱਟ ਸੁਣੀ ਸ਼ਰਵਨ, ਇਹ ਸਰਵਣ ਨਹੀਂ ਪੜ੍ਹਨਾ, ਇਹ ਹਿੰਦੀ ਦਾ ਸ਼ਬਦ ਹੈ ਸ਼ਰਵਨ, ਕੰਨਾਂ ਨਾਲ, ਬਖਿਆਣੀ ਮੂੰਹ ਨਾਲ ਬੋਲਣਾ। ਹਰ ਸਰੀਰ ਦੇ ਕੰਨਾਂ ਨਾਲ ਸੁਣੀ ਜਾ ਰਹੀ ਹੈ, ਮੁੱਖ ਨਾਲ ਬੋਲੀ ਜਾ ਰਹੀ ਹੈ। ਪਵਿੱਤਰ 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 ਪੁਨੀਤ ਕੌਣ? ਕਹਿੰਦਾ ਉਹ ਅਤੀ ਪਵਿੱਤਰ ਹੁੰਦਾ ਹੈ। ਕੌਣ ਹੁੰਦਾ? ਨਾਮ ਜਪੈ ਨਾਨਕ ਮਨ ਪ੍ਰੀਤ। ਜਿਹੜਾ ਪਿਆਰ ਦੇ ਨਾਲ ਪਰਮਾਤਮਾ ਦਾ ਨਾਮ ਜਪਦਾ, ਕਹਿੰਦੇ ਸਮਾਂ ਪਾ ਕੇ ਅਤੀ ਪਵਿੱਤਰ ਹੋ ਜਾਂਦਾ ਹੈ। ਸਭ ਅੰਦਰੋਂ ਮੈਲ ਕੂੜ ਕਬਾੜ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਖਤਮ ਹੋ ਜਾਂਦੇ। ਜਿਉਂ ਹੀ ਮਨ ਪਵਿੱਤਰ ਹੁੰਦਾ, ਪਰਮਾਤਮਾ ਪ੍ਰਗਟ ਹੋ ਜਾਂਦਾ। ਬਸ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।